ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 32 ਤੇ ਹੇਠੋਂ 7 ਲਾਈਨਾਂ ਛੱਡ ਕੇ ਸ਼੍ਰੀ ਰਾਗ ਮਹਿਲਾ ਤੀਜਾ। ਧਨ ਜਨਨੀ ਜਿਨ ਜਾਇਆ। ਇਹਨੂੰ ਧਨ ਪੜ੍ਹਨਾ ਧੱਦੇ ਦੇ ਟਿੱਪੀ ਲਾ ਕੇ, ਬਿਨਾਂ ਟਿੱਪੀ ਦੇ ਧਨ, ਧਨ ਦੌਲਤ ਨੂੰ ਕਹਿੰਦੇ ਨੇ। ਧਨ ਜੋ ਧਨਤਾ ਦੇ ਯੋਗ ਹੈ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਆਹਿਤ ਟਿੱਪੀ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਧਨ ਜਨਨੀ ਜਿਨ ਜਾਇਆ। ਜਨਨੀ ਪੈਦਾ ਕਰਨ ਵਾਲੀ ਭਾਵ ਮਾਂ। ਉਹ ਮਾਂ ਧਨ ਹੈ, ਉਹ ਪਿਤਾ ਧਨ ਹੈ। ਪ੍ਰਧਾਨ ਉਹ ਮਹਾਨ ਹੈ। ਕੌਣ? ਕਿ ਜਿਨ੍ਹਾਂ ਨੇ ਸੰਤ ਪੁੱਤਰ ਪੈਦਾ ਕੀਤਾ। ਗੁਰੂ ਲਈ ਵੀ ਇਹੀ ਲਾਈਨਾਂ ਵਰਤੀਆਂ ਜਾਂਦੀਆਂ ਨੇ ਵੀ ਜਿਸ ਮਾਂ ਪਿਓ ਨੇ ਗੁਰੂ ਪੈਦਾ ਕੀਤਾ ਉਹ ਵੀ ਧਨ। ਅਤੇ ਇਸ ਸ਼ਬਦ ਹੈ ਜਿਸ ਨੇ ਸੰਤ ਪੈਦਾ ਕੀਤਾ ਹੈ, ਉਹ ਮਾਂ ਵੀ ਧਨ, ਉਹ ਪਿਤਾ ਵੀ ਧਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਜਿਹੜਾ ਫਿਰ ਉਹਨਾਂ ਨੇ ਪੁੱਤਰ ਪੈਦਾ ਕੀਤਾ, ਉਹਨੇ ਗੁਰੂ ਦੀ ਕੀਤੀ ਸੇਵਾ। ਅੰਦਰੋਂ ਹੰਕਾਰ ਹੋ ਗਿਆ ਖਤਮ। ਗੁਮਾਨ ਹੰਕਾਰ, ਵਿੱਚੋਂ ਗਿਆ ਗੁਮਾਨ। ਅੰਦਰੋਂ ਹੰਕਾਰ ਖਤਮ ਹੋ ਗਿਆ, ਸੁਖ ਪਾਇਆ ਅਤੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਗਈ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਜਿਹੜੇ ਸੰਤ ਜਨ ਹਨ ਉਹ ਪਰਮਾਤਮਾ ਦੇ ਦਰ 'ਤੇ ਖਲੋ ਕੇ ਪਰਮਾਤਮਾ ਸੇਵਨ ਕਰਦੇ, ਸਿਮਰਨ ਕਰਦੇ ਹਨ। ਪਾਇਨ ਗੁਣੀ ਨਿਧਾਨ, ਉਹ ਤੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਨੂੰ ਪਾ ਲੈਂਦੇ ਹਨ। ਪਰਮਾਤਮਾ ਨੂੰ ਗੁਣਾਂ ਦਾ ਖਜ਼ਾਨਾ ਕਿਹਾ ਗਿਆ ਹੈ। ਗੁਰਬਾਣੀ ਦੇ ਵਿੱਚ ਜਿਹੜਾ ਢੰਗ ਦੱਸਿਆ ਹੋਇਆ ਬੜਾ ਵਧੀਆ। ਬਈ ਜੇ ਤੁਸੀਂ ਆਪਣੇ ਗੁਣ ਪੈਦਾ ਕਰਨਾ ਚਾਹੁੰਦੇ ਹੋ ਤਾਂ ਗੁਰਬਾਣੀ ਕਹਿੰਦੀ ਜਿਹੋ ਜਿਹਾ ਤੁਸੀਂ ਸਿਮਰਨ ਕਰਦੇ ਰਹੋ ਤੁਸੀਂ ਉਹੋ ਜਿਹੇ ਹੋ ਜਾਓਗੇ। ਜਿਹੜਾ ਬੰਦਾ ਗੁਣਵਾਨ ਨਹੀਂ ਵੀ ਹੈ ਪਰ ਜੋ ਸਿਮਰਨ ਕਰਦਾ ਰਹਿੰਦਾ, ਕਰਦਾ ਰਹਿੰਦਾ, ਕਰਦਾ ਰਹਿੰਦਾ, ਉਹ ਇੱਕ ਦਿਨ ਆਪ ਹੀ ਗੁਣਾਂ ਦਾ ਖਜ਼ਾਨਾ ਹੋ ਜਾਂਦਾ, ਬੇਅੰਤ ਗੁਣਾਂ ਦਾ ਮਾਲਕ ਹੋ ਜਾਂਦਾ। ਕਿਉਂਕਿ ਜਿਸ ਦਾ ਉਹ ਸਿਮਰਨ ਕਰ ਰਿਹਾ ਉਹ ਗੁਣੀ ਨਿਧਾਨ ਹੈ, ਉਹ ਗੁਣਾਂ ਦਾ ਖਜ਼ਾਨਾ ਹੈ। ਸੋ ਉਹਨਾਂ ਨੂੰ ਗੁਣਾਂ ਦਾ ਖਜ਼ਾਨਾ ਪਾਪ ਪਰਮਾਤਮਾ ਮਿਲ ਜਾਂਦਾ ਹੈ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ ਰਹੋ। ਮੇਰੇ ਮਨ, ਹੈ ਮੇਰੇ ਮਨਾ, ਗੁਰਮੁਖ ਧਿਆਏ ਹਰ ਸੋਏ। ਤੂੰ ਗੁਰਮੁਖ ਬਣ ਕੇ ਭਾ ਗੁਰੂ ਦੇ ਆਖੇ ਲੱਗ ਕੇ ਉਸ ਪਰਮਾਤਮਾ ਦਾ ਸਿਮਰਨ ਕਰ, ਉਹਨੂੰ ਧਿਆ, ਪਰਮਾਤਮਾ ਦਾ ਸਿਮਰਨ ਕਰ। ਗੁਰ ਕਾ ਸ਼ਬਦ ਮਨ ਵਸੈ। ਫਿਰ ਗੁਰੂ ਦਾ ਜਿਹੜਾ ਸ਼ਬਦ ਹੈ, ਗੁਰੂ ਦਾ ਦਿੱਤਾ ਗੁਰਮੰਤਰ ਹੈ, ਗੁਰੂ ਦਾ ਜੋ ਉਪਦੇਸ਼ ਹੈ ਉਹ ਤੇਰੇ ਮਨ 'ਚ ਵਸ ਜਾਏਗਾ। ਉਸ ਤੋਂ ਜਦ ਸ਼ਬਦ ਮਨ 'ਚ ਵਸੇਗਾ, ਜਦੋਂ ਅਸੀਂ ਨਾਮ ਜਪਾਂਗੇ ਫਿਰ ਕੀ ਕਿ ਮਨ ਤਨ ਨਿਰਮਲ ਹੋਏ। ਉਸ ਜੀਵ ਦਾ ਮਨ ਅਤੇ ਤਨ ਪਵਿੱਤਰ ਹੋ ਜਾਏਗਾ। ਵੈਸੇ ਤਾਂ ਬਾਣੀ ਕਹਿੰਦੇ ਜਿਹਦਾ ਮਨ ਪਵਿੱਤਰ ਹੋ ਜਾਏ ਉਹਦਾ ਸਾਰਾ ਤਨ ਆਪਣੇ ਆਪ ਹੀ ਪਵਿੱਤਰ ਹੋ ਜਾਂਦਾ।
ਉਂਝ ਤੇ ਤਨ ਪਾਣੀ ਦੇ ਨਾਲ ਧੋਣ ਨਾਲ ਪਵਿੱਤਰ ਹੁੰਦਾ ਹੈ, ਪਰ ਉਹ ਤੇ ਬਾਹਰੋਂ ਹੁੰਦਾ ਹੈ। ਜੇ ਅਸੀਂ ਆਪਣੇ ਸਾਰੇ ਸਰੀਰ ਨੂੰ ਅੰਦਰੋਂ ਬਾਹਰੋਂ ਪਵਿੱਤਰ ਕਰਨਾ ਚਾਹੁੰਦੇ ਹਾਂ ਤਾਂ ਬਾਹਰੋਂ ਧੋਵੋ ਪਾਣੀ ਨਾਲ ਅਤੇ ਅੰਦਰੋਂ ਧੋਵੋ ਨਾਮ ਨਾਲ, ਫਿਰ ਅੰਦਰੋਂ ਬਾਹਰੋਂ ਸਾਫ਼ ਹੋ ਜਾਏਗਾ। ਗੁਰ ਕਾ ਸ਼ਬਦ ਮਨ ਵਸੈ, ਮਨ ਤਨ ਨਿਰਮਲ ਹੋਏ। ਜਦੋਂ ਗੁਰੂ ਦਾ ਸ਼ਬਦ ਮਨ 'ਚ ਵਸ ਜਾਂਦਾ, ਫਿਰ ਇਹ ਮਨ ਅਤੇ ਤਨ ਪਵਿੱਤਰ ਹੋ ਜਾਂਦਾ। ਰਹੋ ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਏ। ਗੁਰ ਸ਼ਬਦੀ ਸਲਾਹੀ ਹੈ, ਸ਼ਬਦੀ ਸੱਸੇ ਦੇ ਪੈਰ 'ਚ ਬਿੰਦੇ। ਗੁਰ ਸ਼ਬਦੀ ਸਲਾਹੀ ਹੈ, ਰੰਗੇ ਸਹਿਜ ਸੁਭਾਏ। ਸੱਚੈ ਸੱਚ ਸਮਾਇਆ, ਮਿਲ ਰਹਿ ਨ ਵਿਛੜ ਜਾਏ। ਕਰ ਕਿਰਪਾ ਘਰ ਆਇਆ, ਆਪੇ ਮਿਲਿਆ ਆਏ। ਪਰਮਾਤਮਾ ਨੇ ਕਿਰਪਾ ਕੀਤੀ, ਉਹ ਆਪ ਹੀ ਜੀਵ ਦੇ ਘਰ 'ਚ ਆ ਗਿਆ, ਮਨ 'ਚ ਆ ਗਿਆ ਹੈ, ਆਪ ਹੀ ਆ ਕੇ ਜੀਵ ਨੂੰ ਮਿਲਿਆ ਹੈ। ਸਾਡਾ ਕੰਮ ਸਿਮਰਨ ਕਰਨਾ। ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਪਰਮਾਤਮਾ ਨੇ ਸਾਨੂੰ ਆ ਕੇ ਮਿਲਣਾ, ਉਹਨੇ ਸਾਨੂੰ ਆ ਕੇ ਮਿਲਣਾ। ਸਾਡਾ ਕੰਮ ਹੈ ਸ਼ੁਭ ਕਰਮ ਕਰਨਾ ਅਤੇ ਨਾਮ ਜਪੀ ਜਾਣਾ ਬਸ। ਬਾਕੀ ਵਿਅਰਥ ਦੀਆਂ ਚਿੰਤਾਵਾਂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਹੋਣਾ ਤਾਂ ਉਹੀ ਹੈ ਜੋ ਉਹਨੂੰ ਮਨਜ਼ੂਰ ਹੈ। ਜੇ ਤਾਂ ਸਾਡੇ ਕੀਤਿਆਂ ਹੁੰਦਾ ਹੋਵੇ ਫਿਰ ਤਾਂ ਗੱਲ ਖਤਮ, ਫਿਰ ਰੱਬ ਤੋਂ ਆਪਾਂ ਨੇ ਕੀ ਲੈਣਾ। ਜੇ ਸਾਡੇ ਕੀਤਿਆਂ ਹੁੰਦਾ ਹੋਵੇ ਫਿਰ ਆਪਣਾ ਭਜਨ ਬੰਦਗੀ ਦੱਸੋ ਕੀ ਲੈਣਾ ਵੀ ਹੈ। ਆਪ ਕਰ ਲਓ ਅਤੇ ਪ੍ਰਾਪਤ ਕਰ ਲਓ, ਪਰ ਨਹੀਂ ਗੱਲ ਬਣਦੀ। ਆਪਣੇ ਯਤਨਾਂ ਨਾਲ ਨਹੀਂ ਗੱਲ ਬਣਦੀ, ਜਿੰਨਾ ਚਿਰ ਉਹ ਨਾ ਕਿਰਪਾ ਕਰੇ। ਇਸ ਲਈ ਜਦੋਂ ਮਨੁੱਖ ਹਉਮੈ ਜਾ ਕੇ ਕਰਮ ਕਰਦਾ, ਰੱਬ ਦੀ ਕੀ ਲੋੜ ਹੈ। ਮੈਂ ਹੀ ਕਰ ਸਕਦਾ। ਜੇ ਆਪਾਂ 1000 2000 ਬੰਦਾ ਇਕੱਠੇ ਹੋ ਜਾਈਏ, ਆਪਾਂ ਇਹ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ, ਐਵੇਂ ਭੁਲੇਖਾ ਬੰਦੇ ਨੂੰ। ਹੋਣਾ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ। ਇਸ ਲਈ ਉਹਦਾ ਨਾਮ ਜਪੀ ਜਾਈਦਾ ਬਸ। ਗੱਲਾਂ ਹੀ ਦੋ ਯਾਦ ਰੱਖਣੀਆਂ, ਸ਼ੁਭ ਕਰਮ ਕਰਨੇ ਨੇ ਅਤੇ ਨਾਮ ਜਪਣਾ। ਬਾਕੀ ਭਾਈ ਕਿਰਤ ਦੇ ਕਰਨੀ ਹੈ ਤਾਂ ਹੀ ਰੋਟੀ ਖਾਵਾਂਗੇ ਨਾ। ਜੇ ਆਪਾਂ ਕੰਮ ਹੀ ਨਹੀਂ ਕਰਾਂਗੇ ਤਾਂ ਰੋਟੀ ਕਿੱਥੋਂ ਖਾਵਾਂਗੇ, ਮਕਾਨ ਕਿੱਥੋਂ ਬਣਾਵਾਂਗੇ, ਕੱਪੜੇ ਕਿੱਥੋਂ ਲਵਾਂਗੇ, ਆਪਣੇ ਬੱਚਿਆਂ ਦੀ ਫੀਸਾਂ ਕਿੱਥੋਂ ਲਿਆਵਾਂਗੇ। ਉੱਤੋਂ ਤਾਂ ਕੋਈ ਪੈਸਾ ਡਿੱਗਣਾ ਨਹੀਂ, ਨਾ ਅੱਜ ਤੱਕ ਡਿੱਗਿਆ, ਉੱਤੋਂ ਨਹੀਂ ਕੋਈ ਡਿੱਗਿਆ ਕਰਦਾ। ਪਰਮਾਤਮਾ ਸਿਰਫ ਸਬੱਬ ਬਣਾਉਂਦਾ ਬਸ। ਜਿਹਨੂੰ ਕਹਿੰਦੇ ਢੋਅ ਢਕਾਉਣਾ, ਉਹ ਢੋਅ ਢਕਾਉਂਦਾ ਹੈ। ਇਸ ਲਈ ਸਾਡਾ ਫਰਜ਼ ਬਣਦਾ ਸ਼ੁਭ ਕਰਮ ਕਰੀ ਜਾਓ, ਨਾਮ ਜਪੀ ਜਾਓ, ਆਪਣੀ ਕਿਰਤ ਕਰੀ ਜਾਓ, ਬਸ ਆਪੇ ਪਰਮਾਤਮਾ ਸਭ ਕੁਛ ਕਰੇਗਾ। ਉਹਨੂੰ ਚਿੰਤਾ ਹੋ ਜਾਂਦੀ। ਜਿਵੇਂ ਛੋਟਾ ਬੱਚਾ ਹੁੰਦਾ, ਉਹਦੀ ਚਿੰਤਾ ਮਾਂ ਪਿਓ ਨੂੰ ਹੁੰਦੀ ਹੈ, ਕਿਉਂਕਿ ਮਾਂ ਪਿਓ 'ਤੇ ਨਿਰਭਰ ਹੈ। ਅਸੀਂ ਪਰਮਾਤਮਾ 'ਤੇ ਨਿਰਭਰ ਨਹੀਂ ਹੋਣਾ ਚਾਹੁੰਦੇ, ਕਿਉਂਕਿ ਸਾਡੇ ਅੰਦਰ ਹਉਮੈ ਹੈ। ਇਸ ਲਈ ਕਹਿੰਦਾ ਚੰਗਾ ਫਿਰ ਕਰੀ ਜਾ ਭਰੀ ਜਾ, ਕਰੀ ਜਾ ਭਰੀ ਜਾ। ਜਦੋਂ ਅਸੀਂ ਉਸ 'ਤੇ ਨਿਰਭਰ ਹੋ ਜਾਵਾਂਗੇ ਫਿਰ ਉਹਨੂੰ ਚਿੰਤਾ ਹੋ ਜਾਏਗੀ, ਫਿਰ ਉਹਨੂੰ ਚਿੰਤਾ ਹੋ ਜਾਏਗੀ। ਹੁਣ ਕੋਈ ਤੁਹਾਡਾ ਬੱਚਾ ਹੈਂਡੀਕੈਪਡ ਹੈ, ਆਪ ਕਿਰਿਆ ਨਹੀਂ ਕਰ ਸਕਦਾ, ਆਪ ਕਮਾ ਕੇ ਨਹੀਂ ਖਾ ਸਕਦਾ, ਉਹ ਤੁਹਾਡੇ 'ਤੇ ਨਿਰਭਰ ਹੈ, ਫਿਰ ਉਹਦੀ ਚਿੰਤਾ ਤੁਹਾਨੂੰ ਹੈ, ਕਿਉਂਕਿ ਤੁਹਾਡੇ 'ਤੇ ਨਿਰਭਰ ਹੋ ਗਿਆ। ਇਸ ਲਈ ਜਦੋਂ ਬੰਦਾ ਪਰਮਾਤਮਾ 'ਤੇ ਚੰਗਾ, ਪਰ ਉਹਦੇ ਚੱਲ ਅਪਾਹਜ ਹੁਣ ਕੇ ਨਿਰਭਰ ਹੋ ਗਿਆ। ਜਾਂ ਆਪਾਂ ਜਦੋਂ ਬਹੁਤ ਬੁੱਢੇ ਹੋ ਜਾਵਾਂਗੇ ਕਿਸੇ 'ਤੇ ਨਿਰਭਰ ਹੋ ਜਾਵਾਂਗੇ, ਆਪਣੀ ਕਿਰਿਆ ਵੀ ਆਪ ਨਹੀਂ ਕਰ ਸਕਾਂਗੇ, ਲੇਟੇ ਹੋਏ ਆਪਣੇ ਆਪ ਉੱਠ ਨਹੀਂ ਸਕਾਂਗੇ, ਈਵਨ
ਬਾਹਾਂ 'ਚ ਇੰਨੀ ਜਾਨ ਨਹੀਂ ਰਹਿਣੀ ਕਿ ਰਜਾਈ ਚੱਕ ਕੇ ਆਪ ਉੱਤੇ ਲੈ ਲਈਏ। ਕੋਈ ਆ ਕੇ ਰਜਾਈ ਦੇਗਾ, ਕੋਈ ਆ ਕੇ ਲਾਏਗਾ, ਕੋਈ ਆ ਕੇ ਖੜਾ ਕਰੇਗਾ। ਆਪਾਂ ਨਿਰਭਰ ਹੋ ਗਏ। ਉਹ ਹੈ ਮਜਬੂਰੀ, ਸ਼ੌਕ ਨਾਲ ਨਹੀਂ ਹੋਏ। ਉਹ ਤਾਂ ਮਜਬੂਰੀ ਹੈ, ਲਾਚਾਰੀ ਹੈ। ਉੱਥੇ ਪਰਮਾਤਮਾ ਕੁਛ ਨਹੀਂ ਕਰਦਾ। ਜਦੋਂ ਅਸੀਂ ਆਪਣੀ ਮਰਜ਼ੀ ਨਾਲ ਉਸ 'ਤੇ ਨਿਰਭਰ ਹੋਵਾਂਗੇ, ਉਸ 'ਤੇ ਨਿਰਭਰ ਹੋਣ ਦਾ ਮਤਲਬ ਹੈ ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ, ਬਈ ਆਪੇ ਪਰਮਾਤਮਾ ਮੇਰਾ ਭਲਾ ਕਰੇਗਾ। ਬਸ ਆਪਣੀ ਡਿਊਟੀ ਕਰਦੇ ਰਹੋ, ਬਾਕੀ ਭਲਾ ਤਾਂ ਉਹਨੇ ਕਰਨਾ ਪਿਆ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਆਏ। ਪਰਮਾਤਮਾ ਕਿਰਪਾ ਕਰਕੇ ਇਸ ਜੀਵ ਦੇ ਘਰ 'ਚ ਭਾਵ ਮਨ 'ਚ ਆਪ ਆਉਂਦਾ ਹੈ, ਆਪ ਹੀ ਆ ਕੇ ਇਸ ਜੀਵ ਆਤਮਾ ਨੂੰ ਮਿਲਦਾ ਹੈ। ਗੁਰ ਸ਼ਬਦੀ ਸਲਾਹੀਐ, ਰੰਗੇ ਸਹਿਜ ਸੁਭਾਏ। ਕਹਿੰਦੇ ਗੁਰੂ ਦੇ ਸ਼ਬਦ ਦੀ ਸਿਫਤ ਸਲਾਹ ਕਰਦੇ ਰਹੋ, ਨਾਮ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹੋ। ਉਹ ਜਿਹੜਾ ਨਾਮ ਹੈ ਨਾ, ਸਹਿਜ ਸੁਭਾਅ ਹੀ ਤੁਹਾਨੂੰ ਪਰਮਾਤਮਾ ਦੇ ਪਿਆਰ ਵਿੱਚ ਰੰਗ ਦੇਵੇਗਾ, ਰੰਗ ਚੜ੍ਹੇਗਾ। ਕਿਸੇ ਨੂੰ ਵੀ ਤੁਸੀਂ ਸੱਚੇ ਦਿਲੋਂ ਪਿਆਰ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ। ਉਹਨਾਂ ਨੂੰ ਕੁਛ ਕਹੋ, ਆਪਣੇ ਘਰ ਆਪਣੇ ਮਨ 'ਚ ਬੋਲੀ ਜਾਓ, ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ, ਆਈ ਲਵ ਯੂ। ਕੁਝ ਮਹੀਨਿਆਂ ਬਾਅਦ ਉਹਨੂੰ ਵੀ ਪਤਾ ਲੱਗ ਜਾਏਗਾ। ਤੁਹਾਡੇ ਜਿਹੜੇ ਅੰਦਰਲੀ ਤਾਰ ਹੈ ਉਹਦੇ ਤੱਕ ਪਹੁੰਚ ਜਾਵੇਗੀ, ਕਿਉਂਕਿ ਸਾਡੀ ਸੋਚ ਵੇਵਜ਼ ਰਾਹੀਂ ਦੂਜੇ ਤੱਕ ਪਹੁੰਚਦੀ ਹੈ। ਤੁਸੀਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹੋ ਪਰ ਮੂੰਹੋਂ ਨਹੀਂ ਕਹਿੰਦੇ, ਉਹ ਦੂਜੇ ਨੂੰ ਪਤਾ ਲੱਗ ਜਾਏਗਾ। ਤੁਸੀਂ ਕਿਸੇ ਨੂੰ ਦਿਲੋਂ ਨਫ਼ਰਤ ਕਰਦੇ ਹੋ ਪਰ ਉਂਝ ਉਹਨੂੰ ਕੁਛ ਨਹੀਂ ਕਹਿੰਦੇ, ਉਹਨੂੰ ਪਤਾ ਲੱਗ ਜਾਏਗਾ ਇਹ ਬੰਦਾ ਮੈਨੂੰ ਪਸੰਦ ਨਹੀਂ ਕਰਦਾ। ਤਾਂ ਹੀ ਕਹਾਵਤ ਨਾ, ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ ਆ। ਜੋ ਮੇਰੇ ਮਨ 'ਚ ਕਿਸੇ ਪ੍ਰਤੀ ਹੈ ਨਾ, ਉਹਦੇ ਮਨ 'ਚ ਵੀ ਉਹ ਆ ਜਾਏਗਾ। ਇੱਕ ਵਾਰੀ ਇੱਕ ਬੰਦਾ ਘੋੜੀ 'ਤੇ ਚੜ੍ਹਿਆ ਜਾ ਰਿਹਾ, ਅੱਗੇ ਦਰਿਆ ਆ ਗਿਆ, ਨਾਲ ਆ ਗਏ। ਇੱਕ ਬੁੱਢੀ ਮਾਈ ਸੀ, ਉਹਦੇ ਕੋਲ ਗਠੜੀ ਸੀ। ਕਹਿੰਦੇ ਵੀ ਭਾਈ ਮੈਨੂੰ ਵੀ ਘੋੜੇ 'ਤੇ ਬਿਠਾ ਲੈ, ਪਾਣੀ 'ਚ ਪਰਲੇ ਪਾਸੇ ਲੈ ਜਾ। ਕਹਿੰਦੇ ਚੱਲ ਚੱਲ ਮਾਈ, ਮੇਰੇ ਕੋਲ ਟਾਈਮ ਤੇ ਲਿਜਾਣ ਲਈ। ਜਦੋਂ ਅੱਧ ਵਿਚਾਲੇ ਗਿਆ ਨਾ, ਉਹਦੇ ਮਨ 'ਚ ਬੇਈਮਾਨੀ ਆ ਗਈ, ਬਈ ਇਹਨੂੰ ਮੈਂ ਧੱਕਾ ਮਾਰਾਂਗਾ ਪਾਣੀ 'ਚ, ਇਹਦੀ ਗਠੜੀ ਲੈ ਜਾਵਾਂਗਾ। ਕਹਿੰਦਾ ਚੰਗਾ ਆ ਜਾ ਮਾਈ। ਕਹਿੰਦੀ ਭਾਈ ਜੋ ਤੇਰੇ ਮਨ 'ਚ ਹੋਣਾ ਨਾ, ਉਹ ਮੇਰੇ ਮਨ 'ਚ ਵੀ ਹੈ, ਤੂੰ ਜਾ ਹੁਣ। ਕਿ ਜੋ ਤੇਰੇ ਮਨ 'ਚ ਨਾ ਹੋਣਾ, ਉਹ ਮੇਰੇ ਮਨ 'ਚ ਵੀ ਹੈ, ਇਸ ਲਈ ਤੂੰ ਜਾ, ਮੈਂ ਨਹੀਂ ਤੇਰੀ ਘੋੜੀ 'ਤੇ ਚੜ੍ਹਦੀ। ਇਸ ਲਈ ਇਹ ਤਾਂ ਹੀ ਕਹਿੰਦੇ ਦਿਲਾਂ ਦੇ ਦਿਲਾਂ ਨੂੰ ਰਾਹ ਹੁੰਦੇ। ਤੁਹਾਡੀ ਸੋਚ ਦੂਸਰੇ ਤੱਕ ਪਹੁੰਚਦੀ ਹੈ, ਬੋਲੋ ਨਾ ਬੋਲੋ। ਬੋਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਰੋ, ਚਾਹੇ ਨਾ ਕਰੋ, ਮਨ 'ਚ ਕਰਦੇ ਰਹੋ, ਉਹ ਵਾਹਿਗੁਰੂ ਤੱਕ ਤਾਂ ਵੀ ਪਹੁੰਚ ਜਾਣੀ ਹੈ, ਉਹਦੇ ਤੱਕ ਪਹੁੰਚ ਹੀ ਜਾਣੀ ਹੈ। ਇਸ ਲਈ ਕਹਿੰਦੇ ਗੁਰ ਸ਼ਬਦੀ ਸਲਾਹੀ ਹੈ। ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਰੰਗੇ ਸਹਿਜ ਸੁਭਾਏ, ਫਿਰ ਸਹਿਜ ਸੁਭਾਅ ਹੀ ਪਰਮਾਤਮਾ ਨੂੰ ਆਪਣੇ ਪਿਆਰ 'ਚ ਰੰਗ ਦਿੰਦਾ ਹੈ। ਸੱਚੈ ਸੱਚ ਸਮਾਇਆ, ਮਿਲ ਰਹਿ ਨ ਵਿਛੜ ਜਾਏ। ਸੱਚੈ ਪਰਮਾਤਮਾ, ਸੱਚੈ ਪਰਮਾਤਮਾ ਦੇ ਵਿੱਚ ਸੱਚ ਸਮਾਇਆ। ਮਨੁੱਖ ਸੱਚ ਰਾਹੀਂ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ, ਕਿਉਂਕਿ ਸੱਚ ਨੂੰ ਸੱਚ ਹੀ ਮਿਲ ਸਕਦਾ ਹੈ। ਸੱਚ ਅਤੇ ਝੂਠ ਦਾ ਕੋਈ ਮੇਲ ਨਹੀਂ ਹੈਗਾ। ਝੂਠ ਝੂਠ ਨੂੰ ਮਿਲਦਾ ਹੈ, ਸੱਚ ਸੱਚ ਨੂੰ ਮਿਲਦਾ ਹੈ। ਜੇ ਅਸੀਂ ਸੱਚੇ 'ਚ ਮਿਲਣਾ ਨਾ, ਫਿਰ ਸੱਚ ਰਾਹੀਂ ਮਿਲ ਸਕਦੇ ਹਾਂ। ਮਿਲ ਰਹੇ ਨਾ ਵਿਛੜ ਜਾਏ। ਫਿਰ ਜਿਹੜੇ ਇੱਕ ਵਾਰੀ ਪਰਮਾਤਮਾ ਨੂੰ ਮਿਲ ਜਾਂਦੇ ਨਾ, ਫਿਰ ਉਹ ਵਿਛੜਦਾ ਨਹੀਂ ਹੈ।
ਆਪਾਂ ਤਾਂ ਕਈ ਵਾਰੀ ਕਿਸੇ ਦੀ ਬਾਂਹ ਫੜ ਲਈਏ ਛੱਡ ਵੀ ਸਕਦੇ ਹਾਂ, ਪਰ ਪ੍ਰਮਾਤਮਾ ਜਿਹਦੀ ਬਾਂਹ ਫੜ ਲੈ ਨਾ ਉਹ ਛੱਡਦਾ ਨਹੀਂ, ਉਹ ਛੱਡਦਾ ਨਹੀਂ ਹੈ। ਬੱਚੇ ਨੇ ਬਾਪ ਦੀ ਉਂਗਲੀ ਫੜੀ ਹੋਈ ਹੈ, ਮੇਲਾ ਵੇਖਣ ਜਾ ਰਿਹਾ। ਅਚਾਨਕ ਕੀ ਹੋਇਆ, ਬੱਚਾ ਕਹਿੰਦਾ ਮੈਨੂੰ ਬੰਸਰੀ ਲੈ ਦਿਓ। ਬਾਪ ਕਹਿੰਦਾ ਅੱਗੇ ਜ਼ਿਆਦਾ ਵਧੀਆ ਬੰਸਰੀ ਨੂੰ ਉੱਥੇ ਲੈ ਕੇ ਦੇਂਗੇ। ਆਹ ਮੈਨੂੰ ਮਠਿਆਈ ਲੈ ਦਿਓ। ਕਹਿੰਦੇ ਕਾਕਾ ਅੱਗੇ ਮੇਲੇ 'ਚ ਬਹੁਤ ਵਧੀਆ ਮਿਠਾਈ ਉੱਥੇ ਲੈ ਕੇ ਦੇਵਾਂਗੇ। ਆਹ ਮੈਨੂੰ ਤਿਤਲੀ ਲੈ ਦਿਓ। ਅੱਗੇ ਕਾਕਾ ਐਂ ਕਰੀ ਗਿਆ, ਤੋਰੀ ਗਿਆ। ਅਚਾਨਕ ਬੱਚੇ ਨੇ ਕੋਈ ਦ੍ਰਿਸ਼ ਵੇਖਿਆ, ਉਹਦਾ ਧਿਆਨ ਉੱਧਰ ਨੂੰ ਹੋ ਗਿਆ, ਉਹਨੇ ਬਾਪ ਦੀ ਉਂਗਲ ਛੱਡਤੀ। ਬਾਪ ਤੁਰਿਆ ਜਾ ਰਿਹਾ, ਬੱਚਾ ਪਿੱਛੇ ਕਿਤੇ ਰਹਿ ਗਿਆ, ਉਹ ਵਿਛੜ ਗਿਆ ਹੈ। ਹੁਣ ਬੱਚਾ ਰੋ ਰਿਹਾ ਹੈ ਅਤੇ ਬਾਪ ਵੀ ਲੱਭਣ ਦੀ ਕੋਸ਼ਿਸ਼ ਕਰਦੇ, ਬੱਚਾ ਪਤਾ ਨਹੀਂ ਕਿੱਥੇ ਗਿਆ, ਮੇਲਾ ਸੀ। ਇੱਕ ਬੰਦੇ ਨੂੰ ਕੁਦਰਤੀ ਉਹ ਰੋਂਦਾ ਬੱਚਾ ਦਿਸਿਆ। ਕਹਿੰਦੇ ਕਾਕਾ ਤੂੰ ਰੋ ਕਿਉਂ ਰਿਹਾ? ਕਹਿੰਦਾ ਮੈਂ ਆਪਣੇ ਪਿਤਾ ਨਾਲ ਵਿਛੜ ਗਿਆ ਹਾਂ। ਕਹਿੰਦੇ ਕੋਈ ਨਹੀਂ, ਮੈਂ ਤੈਨੂੰ ਆਪਣੇ ਮੋਢੇ 'ਤੇ ਬਿਠਾ ਲੈਣਾ, ਮੈਂ ਗੇੜਾ ਲਾਵਾਂਗਾ ਮੇਲੇ ਦਾ, ਅਤੇ ਜੇ ਤੇਰੇ ਬਾਪ ਨੇ ਤੈਨੂੰ ਵੇਖ ਲਿਆ ਉਚਾਈ 'ਤੇ ਤਾਂ ਵੀ ਆ ਜਾਏਗਾ, ਜੇ ਤੂੰ ਵੇਖ ਲਿਆ ਤਾਂ ਮੈਨੂੰ ਦੱਸਦੀ ਵੀ ਉਹ ਮੈਂ ਉਹਦੇ ਕੋਲ ਲੈ ਜਾ। ਹੁਣ ਬੱਚਾ ਰੋ ਰਿਹਾ, ਮਨ ਪਰਚਾਵੇ ਲਈ ਉਹ ਬੰਦਾ ਉਹਨੂੰ ਕਹਿ ਰਿਹਾ ਕਾਕਾ ਬਰਫੀ ਖਾ ਲੈ। ਕਹਿੰਦਾ ਮੈਂ ਨਹੀਂ ਖਾਂਦਾ, ਧਿਆਨ ਦੇਣਾ, ਬਰਫੀ ਖਾ ਲੈ, ਮੈਂ ਨਹੀਂ ਖਾਂਦਾ। ਆਹ ਬੰਸਰੀ ਲੈ ਲਾ, ਮੈਂ ਨਹੀਂ ਲੈਂਦਾ। ਕਿਉਂ? ਵਿਛੜ ਗਿਆ। ਵਿਛੋੜੇ ਵਿੱਚ ਕੁਝ ਵੀ ਚੰਗਾ ਨਹੀਂ ਲੱਗਦਾ, ਵਿਛੜ ਗਿਆ। ਹੁਣ ਵਿਛੋੜੇ ਪਹਿਲਾਂ ਬੰਸਰੀ ਬਾਪ ਨੂੰ ਮੈਨੂੰ ਲੈ ਦੇ, ਆ ਮੈਨੂੰ ਮਠਿਆਈ ਲੈ ਦੇ, ਮੈਨੂੰ ਆ ਫਲਾਣੀ ਚੀਜ਼ ਲੈ ਦੇ। ਉਹਦੇ ਬਾਪ ਨੇ ਨਹੀਂ ਲੈ ਕੇ ਦਿੱਤੀ, ਲਾਰੇ ਲਾਈ ਗਿਆ। ਹੁਣ ਉਹ ਬੰਦਾ ਕਹਿੰਦਾ ਲੈ ਲਾ, ਬੱਚਾ ਕਹਿੰਦਾ ਮੈਂ ਨਹੀਂ ਲੈਂਦਾ, ਮੈਨੂੰ ਤੇ ਬਾਪੂ ਨਾਲ ਮਿਲਾਓ। ਵਿਛੋੜਾ ਹੈ। ਬੱਚੇ ਨੇ ਬਾਪ ਦੀ ਉਂਗਲ ਫੜੀ ਸੀ, ਛੱਡਤੀ। ਅਸੀਂ ਕਿਸੇ ਦਾ ਹੱਥ ਫੜ ਲੈਣਾ ਛੱਡ ਸਕਦੇ ਹਾਂ, ਪਰ ਜਦੋਂ ਪਰਮਾਤਮਾ ਸਾਡਾ ਹੱਥ ਫੜ ਲੈਂਦਾ ਨਾ, ਜੇ ਬਾਪ ਸਿਆਣਾ ਹੁੰਦਾ ਬੱਚੇ ਦਾ ਹੱਥ ਫੜ ਲੈਂਦਾ, ਉਹਦਾ ਹੱਥ ਫੜ ਲੈਂਦਾ ਵੀ ਤਾਂ ਬੱਚਾ। ਪਰ ਨਹੀਂ, ਬੱਚੇ ਨੇ ਉਹਦਾ ਹੱਥ ਫੜਿਆ, ਬੱਚਾ ਰੌਣਕ ਵੇਖ ਕੇ ਭੁੱਲ ਗਿਆ ਤਾਂ ਛੱਡਤਾ। ਇਸ ਲਈ ਪਰਮਾਤਮਾ ਨਾਲ ਜਦੋਂ ਇੱਕ ਵਾਰੀ ਬੰਦਾ ਮਿਲਦਾ ਨਾ, ਫਿਰ ਵਿਛੜਦਾ ਨਹੀਂ ਹੈ, ਪਰਮਾਤਮਾ ਨੂੰ ਵਿਛੋੜਦਾ ਨਹੀਂ ਹੈ, ਉਹਦੀ ਬਾਂਹ ਫੜ ਕੇ ਰੱਖਦਾ ਹੈ। ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਏ। ਜੋ ਕਰਨਾ ਉਹ ਪਰਮਾਤਮਾ ਕਰ ਰਿਹਾ ਹੈ, ਹੋਰ ਤਾਂ ਕੁਝ ਕੀਤੇ ਹੀ ਨਹੀਂ ਜਾ ਸਕਦਾ। ਉਹਦੀ ਰਜ਼ਾ ਦੇ ਵਿਰੁੱਧ ਤੇ ਕੀਤੇ ਨਹੀਂ ਕੁਛ ਜਾ ਸਕਦਾ। ਉਹਨੇ ਜੋ ਕਰਨਾ ਉਹ ਕਰ ਰਿਹਾ। ਚਿਰੀ ਵਿਛੁੰਨੇ ਮੇਲਿਅਨ ਸਤਿਗੁਰ ਪੰਨੇ ਪਾਏ। ਪੰਨੇ ਦੇ ਪੱਲੇ ਲਾ ਕੇ। ਚਿਰੀ ਵਿਛੁੰਨੇ, ਜਿਹੜੇ ਬਹੁਤ ਦੇਰ ਦੇ ਵਿਛੜੇ ਹੋਏ ਸਨ, ਪਰਮਾਤਮਾ ਉਹਨਾਂ ਨੂੰ ਮਿਲਾ ਲੈਂਦਾ। ਕਿਵੇਂ? ਸਤਿਗੁਰ ਪੰਨੇ ਪਾਏ, ਗੁਰੂ ਦੇ ਲੜ ਲਾ ਕੇ। ਉਹਨਾਂ ਨੂੰ ਪਹਿਲਾਂ ਗੁਰੂ ਦੇ ਲੜ ਲਾਉਂਦਾ ਹੈ, ਫਿਰ ਉੱਥੋਂ ਗੁਰੂ ਰਾਹੀਂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਆਪੇ ਕਾਰ ਕਰਾਈ ਸੀ, ਅਵਰ ਨਾ ਕਰਨਾ ਜਾਏ। ਜੋ ਕੰਮ ਕਰਾਉਣਾ ਨਾਮ ਜਪਣ ਵਾਲਾ, ਇਹ ਤਾਂ ਪਰਮਾਤਮਾ ਹੀ ਕਰਾਉਂਦਾ। ਕਿੰਨੇ ਮੇਰੇ ਕੋਲ ਆ ਜਾਣਗੇ। ਉਹ ਜੀ ਮੈਂ ਅੰਮ੍ਰਿਤ ਵੇਲੇ ਉੱਠਣਾ ਚਾਹੁੰਦੀ, ਉੱਠ ਨਹੀਂ ਹੁੰਦਾ। ਮੈਂ ਕੋਈ ਨਹੀਂ, ਜਦੋਂ ਪਰਮਾਤਮਾ ਨੂੰ ਮਨਜ਼ੂਰ ਹੋ ਕੇ ਆਪੇ ਉਠਾ ਦੇਗਾ। ਐਸ ਜਿੰਨੇ ਵਜੇ ਤੁਹਾਡੇ ਤੋਂ ਉੱਠਣ ਦਾ ਉਨੇ ਵਜੇ ਸਹੀ। ਬੜਾ ਵੱਡਾ ਦਿਨ ਹੁੰਦਾ, ਜਿੰਨੇ ਵਜੇ 6-7 ਵਜੇ ਤੁਹਾਡੇ ਤੋਂ ਉੱਠਦੇ ਆਰਾਮ ਨਾਲ ਉੱਠ ਲਓ। ਆਪਣਾ ਨਹਾਈ ਤੋਂ ਹੀ ਜੋ ਤੁਰਦੇ ਫਿਰਦੇ ਆਪਣਾ ਜਾਪ ਕਰੀ, ਨਾਲ ਕਰਦਾ ਕੰਮ ਕਰੀ ਚੱਲੋ, ਨਾਲ ਵਾਹਿਗੁਰੂ ਵਾਹਿਗੁਰੂ ਕਰੀ। ਬਥੇਰਾ ਦਿਨ ਹੁੰਦਾ, ਨਾਮ ਜਪਣ ਲਈ ਬੜਾ ਟਾਈਮ ਹੁੰਦਾ। ਜੇ ਅਸੀਂ ਜਪਣਾ ਹੋਵੇ ਤਾਂ ਮੈਂ ਜਦੋਂ ਤੁਸੀਂ ਦਿਨੇ ਨਾਮ ਜਪਣਾ ਸ਼ੁਰੂ ਕਰ ਦੇਵੋਗੇ, ਹੌਲੀ ਹੌਲੀ ਪਰਮਾਤਮਾ ਤੁਹਾਨੂੰ ਸਵੇਰੇ ਵੀ ਉਠਾਉਣਾ ਸ਼ੁਰੂ ਕਰ ਦੇਵੇਗਾ।
ਹੁਣ ਉਹ ਜਿਸ ਵੇਲੇ ਉਠਾਉਂਦਾ ਉਸੇ ਵੇਲੇ ਉਠੋ। ਇਹ ਨਾ ਚਿੰਤਾ ਕਰਦੇ ਰਹੋ ਜੀ ਅੰਮ੍ਰਿਤ ਵੇਲੇ ਨਹੀਂ ਉਠਾਉਂਦਾ ਜੀ ਫਲਾਣਾ ਨਹੀਂ, ਖਿਜਣ ਦੀ ਕੋਈ ਲੋੜ ਨਹੀਂ। ਜਿਸ ਵੇਲੇ ਉੱਠਦੇ ਹੋ ਉਸੇ ਵੇਲੇ ਹੀ, ਜਦੋਂ ਤੁਸੀਂ ਨਾਮ ਜਪਦੇ ਉਹੀ ਅੰਮ੍ਰਿਤ ਵੇਲਾ ਹੈ। ਇੱਕ ਅੰਮ੍ਰਿਤ ਵੇਲਾ ਤਾਂ ਹੈ ਨਾ, ਸਰਦੀਆਂ 'ਚ 4 ਵਜੇ, ਗਰਮੀਆਂ 3 ਵਜੇ ਸ਼ੁਰੂ ਹੁੰਦਾ ਹੈ। ਬਾਕੀ ਬਾਣੀ ਇਹ ਕਹਿੰਦੀ ਵੀ ਜਿਸ ਵੇਲੇ ਤੁਸੀਂ ਨਾਮ ਜਪਦੇ ਨਾ ਉਹੀ ਅੰਮ੍ਰਿਤ ਵੇਲਾ। ਮੈਂ ਨਾਮ ਜਪੋ, ਟਾਈਮ ਦੀ ਚਿੰਤਾ 'ਚ ਨਾ ਪਵੋ, ਆਪੇ ਪਰਮਾਤਮਾ ਕਿਰਪਾ ਕਰੇਗਾ। ਆਪੇ ਕਾਰ ਕਰਾਇਸੀ ਅਵਰ ਨਾ ਕਰਨਾ ਚਾਹੇ। ਪਰਮਾਤਮਾ ਆਪ ਹੀ ਸਾਡੇ 'ਤੇ ਨਾਮ ਜਪਾਉਣ ਦਾ ਕੰਮ ਕਰਵਾਏਗਾ। ਹੋਰ ਅਸੀਂ ਕੁਛ ਨਹੀਂ ਕਰ ਸਕਦੇ ਉਹਦੀ ਆਗਿਆ ਤੋਂ ਬਿਨਾਂ। ਮਨ ਤਨ ਰਤਾ ਰੰਗ ਸਿਉ ਹਉਮੈ ਤਾਜ ਵਿਕਾਰ। ਜਿਹਨੇ ਅੰਦਰ ਆਪਣੇ ਅੰਦਰ ਹਉਮੈ ਤਾਜ ਹੁੰਦਾ ਛੱਡ ਦੇਣਾ। ਜਿਹਨੇ ਆਪਣੇ ਅੰਦਰ ਹਉਮੈ ਛੱਡ ਦਿੱਤੀ ਹੈ, ਵਿਕਾਰ ਹੁੰਦੀਆਂ ਬੁਰਾਈਆਂ, ਅੰਦਰੋਂ ਬੁਰਾਈਆਂ ਛੱਡ ਦਿੱਤੀਆਂ ਹਨ, ਉਹਦਾ ਮਨ ਅਤੇ ਤਨ ਰੱਬੀ ਪਿਆਰ 'ਚ ਰੰਗਿਆ ਜਾਂਦਾ ਹੈ। ਇਹ ਨਾਮ ਦਾ ਰੰਗ ਚੜ੍ਹਦਾ ਹੀ ਉਦੋਂ ਹੈ ਜਦੋਂ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ, ਬੁਰਾਈਆਂ ਖਤਮ ਹੋ ਜਾਂਦੀਆਂ ਹਨ। ਹਉਮੈ ਅਸੀਂ ਇਸ ਲਈ ਕਰਦੇ ਹਾਂ ਕਿ ਅਸੀਂ ਕਹਿੰਦੇ ਹਾਂ ਅਸੀਂ ਕਰ ਸਕਦੇ ਹਾਂ ਜੀ, ਐਂ ਮੈਂ ਇਹ ਕਰ ਸਕਦਾ, ਮੈਂ ਉਹ ਕਰ ਸਕਦਾ ਹਾਂ। ਵੀ ਤੂੰ ਉਹੀ ਕਰ ਸਕਦਾ ਜੋ ਤੇਰੇ ਤੇ ਪਰਮਾਤਮਾ ਕਰਾਏਗਾ। ਤੂੰ ਆਪਣੀ ਮਰਜ਼ੀ ਨੂੰ ਕੁਛ ਵੀ ਨਹੀਂ ਕਰ ਸਕਦਾ। ਬੰਦਾ ਕਹਿੰਦਾ ਮੈਂ ਸਵੇਰੇ ਪੂਰਬ ਵਾਲੇ ਪਾਸੇ ਜਾਣਾ ਜੀ, ਪਰਮਾਤਮਾ ਅਸੀਂ ਵਿਦਮਨ ਪੱਛਮ ਵਾਲੇ ਪਾਸੇ ਜਾਣਾ ਪੈ ਜਾਂਦਾ। ਜਾਲ ਹੈ ਪੂਰਬ ਨੂੰ। ਇਸ ਲਈ ਹਉਮੈ ਨਹੀਂ ਕਰਨੀ ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ। ਜੋ ਕਰਾਉਣਾ ਆਪੇ ਪਰਮਾਤਮਾ ਨੇ ਤੁਹਾਡੇ ਤੋਂ ਕਰਵਾ ਲੈਣਾ ਹੈ। ਸਹਿ ਸੁਭਾਅ ਆਰਾਮ ਨਾਲ ਜੀਵਨ ਬਤੀਤ ਕਰੀ ਜਾਈਦਾ ਹੁੰਦਾ। ਅਹਨਿਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ। ਫਿਰ ਦਿਨ ਰਾਤ ਅਹਨਿਸ, ਹਿੰਦੀ ਦਾ ਸ਼ਬਦ ਹੈ ਨਿਸ਼ੀ, ਸਪੈਲਿੰਗ ਨਿਸ਼ੀ ਵਾਲੇ ਹੀ ਹਨ, ਪਰ ਗੁਰਬਾਣੀ 'ਚ ਅੱਗੇ ਬਣ ਗਿਆ ਹੈ ਇਹ ਹੁੰਦਾ ਜਦੋਂ ਰਾਤ ਨਹੀਂ ਹੈ। ਇਹ ਮੈਨੇ ਦਿਨ ਨਹੀਂ ਹੁੰਦਾ। ਇਹਦਾ ਮਤਲਬ ਜਦੋਂ ਰਾਤ ਨਹੀਂ ਹੈ ਤਾਂ ਫਿਰ ਸਿੱਧਾ ਸਾਬ ਦਿਨ ਹੈ, ਤਾਂ ਪਰਸ ਕਰ ਦਿੰਦੇ ਰਾਤ। ਐਨਿਸ ਹਿਰਦੈ ਰਵ ਰਹਿ ਨਿਰਭਉ ਨਾਮ ਨਿਰੰਕਾਰ। ਫਿਰ ਪਰਮਾਤਮਾ ਦਾ ਜਿਹੜਾ ਨਾਮ ਹੈ ਜੋ ਜੀਵ ਨੂੰ ਨਿਰਭਉ ਕਰ ਦੇਣ ਵਾਲਾ ਹੈ, ਉਹ ਦਿਨ ਰਾਤ ਹਿਰਦੇ 'ਚ ਵਸਦਾ ਹੈ। ਫਿਰ ਉੱਠਦਿਆਂ ਬੈਠਦਿਆਂ ਤੁਰਦਿਆਂ ਫਿਰਦਿਆਂ ਲੇਟਿਆਂ ਨਾਮ ਜਪਦਾ ਰਹਿੰਦਾ। ਰਾਤ ਨੂੰ ਆਪੇ ਹੀ ਸਿਮਰਨ ਹੁੰਦਾ ਰਹਿੰਦਾ ਹੈ। ਨਾਨਕ ਆਪ ਮਿਲਾਇਨ ਪੂਰੇ ਸ਼ਬਦ ਅਪਾਰ। ਗੁਰੂ ਦੇ ਸ਼ਬਦ ਰਾਹੀਂ ਫਿਰ ਪਰਮਾਤਮਾ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਸ਼ਬਦ ਤਾਂ ਗੁਰੂ ਦਿੰਦਾ। ਪੂਰੇ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਫਿਰ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ। ਸ਼੍ਰੀ ਰਾਗ ਮਹਿਲਾ ਤੀਜਾ। ਗੋਵਿੰਦ ਗੁਣੀ ਨਿਧਾਨ ਹੈ, ਗੋਵਿੰਦ ਵਾਵੇ ਤੇ ਟਿੱਪੀ। ਗੋਵਿੰਦ ਗੁਣੀ ਨਿਧਾਨ ਹੈ, ਅੰਤ ਨਾ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ, ਹਉਮੈ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ, ਹਉਮੈ ਵਿੱਚੋਂ ਜਾਏ। ਸਤਿਗੁਰ ਮਿਲੈ ਸਦ ਭੈ ਰਚੈ, ਆਪ ਵਸੈ ਮਨ ਆਏ। ਗੋਵਿੰਦ, ਗੋ ਹੁੰਦੀ ਧਰਤੀ, ਵਿੰਦ ਹੁੰਦਾ ਜਾਣਨ ਵਾਲਾ। ਜਿਹੜਾ ਸ੍ਰਿਸ਼ਟੀ ਨੂੰ ਜਾਣਦਾ ਹੈ ਉਹਨੂੰ ਕਹਿੰਦੇ ਨੇ ਗੋਵਿੰਦ। ਇੱਕ ਹੁੰਦਾ ਗੋਪਾਲ। ਗੋ ਮੈਨੇ ਧਰਤੀ, ਪਾਲ ਮੈਨੇ ਪਾਲਣ ਵਾਲਾ। ਗੋਪਾਲ ਦਾ ਮਤਲਬ ਜੋ ਸ੍ਰਿਸ਼ਟੀ ਨੂੰ ਪਾਲਦਾ ਹੈ।
ਗੋਬਿੰਦ ਹੈ ਜੋ ਸ੍ਰਿਸ਼ਟੀ ਨੂੰ ਜਾਣਦਾ ਹੈ ਵੀ ਸਾਨੂੰ ਕੀ ਲੋੜ ਹੈ, ਕੀ ਨਹੀਂ ਹੈ, ਕੀ ਸਾਡੇ ਮਨ 'ਚ ਹੈ। ਗੋਬਿੰਦ ਗੁਣੀ ਨਿਧਾਨ ਹੈ, ਅੰਤ ਨਾ ਪਾਇਆ ਜਾਏ। ਪਰਮਾਤਮਾ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ, ਕਿਉਂਕਿ ਬੇਅੰਤ ਹੈ। ਅੰਤ ਲੱਭਣ ਗਏ ਹੋਣਗੇ, ਫਿਰ ਉਹਨੇ ਕਹਿਤਾ ਨਾ ਜੀ, ਇਹ ਤਾਂ ਬੇਅੰਤ ਹੈ, ਇਹ ਐਂਡਲੈਸ ਹੈ। ਸੋ ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਥਨੀ ਬਦਨੀ ਨਾ ਪਾਈਏ, ਹਉਮੈ ਵਿੱਚੋਂ ਜਾਏ। ਗੱਲਾਂ ਬਾਤਾਂ ਨਾਲ, ਕਥਨੀ ਬਦਨੀ ਗੱਲਾਂ ਬਾਤਾਂ ਨਾਲ ਨਾ ਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਨਾ ਹੀ ਅੰਦਰੋਂ ਹਉਮੈ ਖਤਮ ਹੁੰਦੀ ਹੈ। ਗੱਲਾਂ ਬਾਤਾਂ ਨਾਲ ਪਰਮਾਤਮਾ ਨਹੀਂ ਮਿਲਦਾ, ਅਤੇ ਨਾ ਹੀ ਗੱਲਾਂ ਬਾਤਾਂ ਅੰਦਰੋਂ ਹਉਮੈ ਖਤਮ ਹੁੰਦੀ ਹੈ। ਇਹ ਜਿਹੜਾ ਨਾ ਸ਼ਬਦ ਹੈ, ਇਹ ਦਿਲੀ ਦੀਪਕ ਹੈ। ਇਹ ਕਥਨੀ ਬਦਨੀ ਨਾ ਪਾਈਏ, ਇਹਦੇ ਲਈ ਵੀ ਹੈ, ਨਾ ਹਉਮੈ ਵਿੱਚੋਂ ਜਾਏ। ਸੋ ਪਰਮਾਤਮਾ ਗੱਲਾਂ ਬਾਤਾਂ ਨਾਲ ਨਹੀਂ ਮਿਲਦਾ, ਅਤੇ ਨਾ ਹੀ ਗੱਲਾਂ ਬਾਤਾਂ ਨਾਲ ਅੰਦਰ ਹਉਮੈ ਖਤਮ ਹੁੰਦੀ ਹੈ। ਸਤਿਗੁਰ ਮਿਲਿਆ ਸਾਧ ਭੈ ਰਚੈ, ਆਪ ਵਸੈ ਮਨ ਆਏ। ਜਦੋਂ ਫਿਰ ਗੁਰੂ ਮਿਲਦਾ ਹੈ ਨਾ, ਸਾਧ ਭੈ ਰਚੈ, ਫਿਰ ਜੀਵ ਸਦਾ ਹੀ ਪਰਮਾਤਮਾ ਦੇ ਭੈ 'ਚ ਰਹਿੰਦਾ, ਪਰਮਾਤਮਾ ਤੋਂ ਡਰ ਕੇ ਰਹਿੰਦਾ ਹੈ। ਜਿੰਨਾ ਚਿਰ ਡਰ ਨਹੀਂ, ਇਹ ਬੰਦਾ ਕਦੇ ਨਹੀਂ ਸੁਧਰਦਾ। ਜੇ ਅਸੀਂ ਥੋੜ੍ਹੇ ਬਹੁਤੇ ਠੀਕ ਹਨ ਨਾ, ਅਤੇ ਡਰ ਕਾਰਨ ਹਨ। ਕਿਸੇ ਨੂੰ ਕਾਨੂੰਨ ਦਾ ਡਰ ਹੈ, ਕਿਸੇ ਨੂੰ ਮਾਂ ਪਿਓ ਦਾ ਡਰ ਹੈ, ਕਿਸੇ ਨੂੰ ਸਮਾਜ ਦਾ ਡਰ ਹੈ, ਕਿਸੇ ਨੂੰ ਕੋਈ ਰੱਬ ਦਾ ਡਰ ਹੈ। ਜੇ ਅਸੀਂ ਥੋੜ੍ਹੇ ਬਹੁਤੇ ਠੀਕ ਹਾਂ, ਬਹੁਤੇ ਅਸੀਂ ਠੀਕ ਨਹੀਂ ਹੈ, ਤੇ ਅਸੀਂ ਵਿਗੜੇ ਹੋਏ, ਇਹ ਤਾਂ ਡਰ ਕਾਰਨ ਠੀਕ ਲੱਗ ਰਿਹਾ ਹੈ। ਠੀਕ ਠੂਕ ਕੋਈ ਨਹੀਂ। ਜਿੱਦੇ ਠੀਕ ਹੋ ਗਏ, ਉਹਦੀ ਕੀ ਨਿਸ਼ਾਨੀ ਹੈ ਕਿ ਮਨ ਨਿਰਮਲ ਹੋ ਜਾਏਗਾ। ਜਦੋਂ ਮਨ ਨਿਰਮਲ ਹੋ ਗਿਆ, ਉਹਦੇ ਤਾਂ ਰੱਬ ਹੀ ਮਿਲ ਜਾਣਾ। ਅਤੇ ਜਿੰਨਾ ਚਿਰ ਮਨ ਨਿਰਮਲ ਨਹੀਂ, ਅਸੀਂ ਠੀਕ ਨਹੀਂ। ਹਾਂ, ਇਹ ਖਿਆਲ ਰੱਖਣਾ। ਜਿੰਨਾ ਚਿਰ ਸਾਡਾ ਮਨ ਨਿਰਮਲ ਨਹੀਂ, ਅੰਦਰ ਭੈੜੇ ਵਿਚਾਰ ਹਨ, ਇਹ ਤਾਂ ਡਰ ਕਾਰਨ ਅਸੀਂ ਉਹਨਾਂ ਵਿਚਾਰਾਂ ਅਨੁਸਾਰ ਨਹੀਂ ਚੱਲਦੇ। ਜਿਹੜੇ ਲੋਕ ਨਿਰਲੱਜ ਨੇ, ਜਿਹੜੇ ਨਹੀਂ ਡਰਦੇ, ਉਹੀ ਬਲਾਤਕਾਰ ਕਰਦੇ ਨੇ, ਉਹੀ ਗੈਂਗਸਟਰ ਨੇ, ਉਹੀ ਕਾਤਲ ਨੇ, ਪਤਾ ਨਹੀਂ ਕੀ ਕੁਛ ਨੇ ਉਹ। ਜੇ ਤੁਸੀਂ ਥੋੜ੍ਹੇ ਬਹੁਤੇ ਮੇਰੇ ਸਵੇ ਥੋੜ੍ਹੇ ਬਹੁਤੇ ਠੀਕ ਹਨ, ਇਹਦੇ ਡਰ ਕਾਰਨ ਹਾਂ। ਕਈ ਕਹਿਣਗੇ ਬਾਹਰ ਜੀ ਬੜਾ ਕਾਨੂੰਨ ਨੂੰ ਮੰਨਦੇ ਨੇ ਲੋਕ। ਮੈਂ ਤੁਹਾਡਾ ਕਿਵੇਂ ਦੇ ਬਾਹਰ ਲੋਕ ਚੰਗੇ ਨੇ? ਉਹ ਤਾਂ ਜੁਰਮਾਨਾ ਹੀ ਇੰਨਾ ਕਰ ਦਿੰਦੇ ਨੇ ਕਿ ਅਗਲਾ ਤੋਬਾ ਕਰ ਲੈਂਦਾ। ਤੁਸੀਂ 10 ਘੰਟੇ ਲਾ ਕੇ ਜਿੰਨੇ ਡਾਲਰ ਕਮਾ ਕੇ ਲਿਆਏ, ਰਾਜ ਤੁਹਾਡਾ ਜੁਰਮਾਨਾ ਹੋ ਗਿਆ ਜੋ 0 ਹੋ ਗਿਆ। ਦੱਸ, ਜਿਵੇਂ ਤੁਹਾਨੂੰ ਰੋਜ਼ ਦੀ 500 ਰੁਪਏ ਤਨਖਾਹ ਮਿਲੇ, ਅਤੇ ਆਉਂਦਿਆਂ ਤੁਸੀਂ ਕਰੋ ਗਲਤੀ, ਕਾਨੂੰਨ ਤੋੜ, ਅਤੇ 500 ਜੁਰਮਾਨਾ ਹੋ ਜਾਏ, ਫਿਰ ਤੁਹਾਡੇ ਪੱਲੇ ਤਾਂ ਕੁਛ ਰਿਹਾ। 10 ਘੰਟੇ ਐਵੇਂ ਮੱਥਾ ਮਾਰਦੇ। ਉਹ ਸਰਵਿਸ ਕਰਕੇ ਚੰਗੇ ਨੇ, ਉਂਝ ਚੰਗੇ ਕੋਈ ਨਹੀਂ ਹੈਗੇ। ਕਿਤੇ ਤੁਸੀਂ ਸਮਝੋ ਵੀ ਹਾਂ ਬਾਹਰਲੇ ਦੇਸ਼ਾਂ ਸਾਡੇ ਤੋਂ ਚੰਗੇ ਨੇ, ਇਸ ਭੁਲੇਖੇ 'ਚ ਨਹੀਂ ਰਹਿਣਾ। ਬੰਦਾ ਕਿਸੇ ਵੀ ਦੇਸ਼ ਦਾ ਹੈ, ਇਹ ਘਟੀਆ ਹੀ ਹੈ। ਇਹ ਤਾਂ ਡਰ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਚੰਗਾ ਲੱਗਦਾ। ਆਹ ਸਰਕਾਰ ਨੇ ਬੱਚਿਆਂ ਦਾ ਡਰ ਖਤਮ ਕਰ ਦਿੱਤਾ, ਪੜ੍ਹਾਈ ਵੀ ਖਤਮ, ਅਤੇ ਅੱਗੇ ਤੁਹਾਡੇ ਬੱਚਿਆਂ ਨੇ ਬੋਲਣਾ। ਇੱਕ ਬੱਚੇ ਨੇ ਕਹਿਤਾ ਸਤਿ ਸ਼੍ਰੀ ਅਕਾਲ ਜੀ, ਪ੍ਰੋਫੈਸਰ ਕਹਿੰਦਾ ਭਾਈ ਸਤਿ ਸ਼੍ਰੀ ਅਕਾਲ। ਕਹਾਂ ਜੀ ਮੈਂ ਤਾਂ ਨਹੀਂ ਤੁਹਾਨੂੰ ਬੁਲਾਈ। ਦੇਖੋ ਅੱਗੋਂ ਇਹ ਕਹਿੰਦਾ ਪਹਿਲਾਂ ਬੁਲਾ ਕੇ ਸਤਿ ਸ਼੍ਰੀ ਅਕਾਲ ਜੀ, ਪ੍ਰੋਫੈਸਰ ਨੇ ਕਿਹਾ ਭਾਈ ਸਤਿ ਸ਼੍ਰੀ ਅਕਾਲ, ਕਹਿੰਦਾ ਮੈਂ ਤਾਂ ਨਹੀਂ ਤੁਹਾਨੂੰ ਬੁਲਾਈ। ਆਹ ਤਾਂ ਹਾਲ ਹੋ ਰਿਹਾ ਹੈ। ਆਹ ਤੁਹਾਡੇ ਦੁਆਨੀ ਦੇ ਜਵਾਕਾਂ ਨੇ ਤੁਹਾਡੇ ਕੋਈ ਆਖੇ ਉਖੇ ਨਹੀਂ ਲੱਗਣਾ। ਇਹਨਾਂ ਨੂੰ ਪੁੱਛ ਕਰੀ ਜੋ, ਚਾਹੇ ਜੋ ਮਰਜ਼ੀ ਕਰੋ, ਡੰਡੇ ਮੈਂ ਥੱਪੜ ਮਾਰੋਗੇ, ਉਹ ਕਾਨੂੰਨ ਬਣ ਗਏ। ਨਾ ਟੀਚਰ ਕੁੱਟ ਸਕਦੇ, ਨਾ ਮਾਂ ਪਿਓ ਕੁੱਟ ਸਕਦੇ ਨੇ। ਅਤੇ ਜਦੋਂ ਡਰ ਹੀ ਕੋਈ ਨਹੀਂ, ਅਤੇ ਇਹਨਾਂ ਵਿਗੜਨਾ ਹੀ ਵਿਗੜਨਾ। ਤੁਹਾਡਾ ਮੁੰਡਾ ਕਹਿੰਦਾ ਮੈਂ ਤਾਂ ਫਲਾਣੀ ਕੁੜੀ ਨਾਲ ਵਿਆਹ ਕਰਾਉਣਾ ਹੈ,
ਕੁੜੀ ਕਿ ਮੈਂ ਫਲਾਣੇ ਮੁੰਡੇ ਨਾਲ ਵਿਆਹ ਕਰਾਂ, ਤੁਹਾਡੀ ਜ਼ਰੂਰਤ ਨਹੀਂ, ਤੁਸੀਂ 2 ਮਹੀਨੇ ਬਸ ਅੱਗੇ ਅੜੋਗੇ ਨਾ, ਫਿਰ ਕੋਈ ਜਦ ਦਫਾ ਕਰਾ ਲੈ, ਆਪਣੀ ਮਰਜ਼ੀ ਕਰਨੀ। ਤੁਸੀਂ ਤਾਂ ਐਵੇਂ ਬਰਾਏ ਨਾਂ ਦੇ ਬਾਪੂ ਬੇਬੇ ਹੋ, ਕਿਤੇ ਸੱਚੀ ਨਾ ਆਪਣੇ ਆਪ ਨੂੰ ਬਾਪੂ ਬੇਬੇ ਸਮਝ ਲਓ, ਤੁਸੀਂ ਬਰਾਏ ਨਾਮ ਦੇ ਹੋ। ਓਨਾ ਚਿਰ ਹੋ ਜਿੰਨਾ ਚਿਰ ਤੁਹਾਡਾ ਬੱਚਾ ਤੁਹਾਡੇ 'ਤੇ ਨਿਰਭਰ ਹੈ। ਜਿੱਦੇ ਉਹ ਆਪਣੇ ਜੋਗਾ ਹੋ ਗਿਆ, ਤੁਸੀਂ ਕੌਣ, ਮੈਂ ਕਿਸੇ ਨੂੰ ਕੋਈ ਨਹੀਂ ਪੁੱਛਣਾ। ਇਸ ਲਈ ਇਹਨਾਂ ਲੋਕਾਂ ਪਿੱਛੇ ਰਿਸ਼ਵਤਾਂ ਲੈਣੀਆਂ, ਪੁੱਠੇ ਕੰਮ ਕਰਨੇ ਮੂਰਖਤਾ ਹੈ। ਮੈਂ ਨਾ ਲੋਕ ਮਾਂ ਪਿਓ ਮੂਰਖ ਕਹਿਣਾ ਹੁੰਦਾ, ਜਿਹੜਾ ਬੱਚਿਆਂ ਦੇ ਪਿੱਛੇ ਜਿਹੜਾ ਹੈ ਇਹ ਗਲਤ ਕੰਮ ਕਰਦੇ ਨੇ। ਇਹਨਾਂ ਕੋਈ ਨਹੀਂ ਪੁੱਛਣਾ ਤੁਹਾਨੂੰ ਬੁਢਾਪੇ 'ਚ। ਬਸ ਜੇ ਤੁਹਾਡੇ ਕੋਲ ਆਪਣਾ ਹੈਗੀ ਪੈਨਸ਼ਨ ਪੁਨਸ਼ਨ, ਅਤੇ ਜਿਹੜਾ ਓਲਡ ਏਜ ਹੋਮ ਬਣੇ ਹੋਏ ਨੇ, ਉਹ 10-15 ਹਜ਼ਾਰ ਰੁਪਏ ਮਹੀਨਾ ਲੈਂਦੇ ਨੇ, ਉੱਥੇ ਚਲੇ ਜਾਣਾ, ਉਹ ਆਪਣੀ ਰੋਟੀ ਪਾਣੀ ਦੇਣਗੇ, ਸਰ ਮੰਜਾ ਬਿਸਤਰਾ ਦੇਣਗੇ, ਆਪਣੇ ਬੈਠੇ ਰਹੋ। ਉਹ ਵੀ ਉਹਨੂੰ ਰੱਖਦੇ ਨੇ ਜਿਹੜਾ 15-20 ਹਜ਼ਾਰ ਰੁਪਏ ਮਹੀਨਾ ਉਹਨਾਂ ਨੂੰ ਦੇ ਸਕਦਾ, ਦੂਜੇ ਨੂੰ ਵੀ ਨਹੀਂ ਰੱਖਦੇ। ਨਹੀਂ ਤਾਂ ਉਹ ਬੁੜੇ ਸਾਰੇ ਮੰਗਤੇ ਉਹਨਾਂ ਕੋਲ ਚਲੇ ਜਾਣ, ਹਾਂਜੀ ਵੀ ਚੱਲ ਉੱਥੇ ਮੌਜ ਨਾਲ ਰਹਾਂਗੇ, ਏਸੀ ਕਮਰੇ ਨੇ, ਹਾਂਜੀ। ਉਹ ਵੀ ਕਹਿੰਦੇ ਕਿੰਨੀ ਆਮਦਨ ਤੈਨੂੰ ਹਰ ਮਹੀਨੇ ਦੀ, ਉਹਨੂੰ ਰੱਖਦੇ ਨੇ ਉਹ। ਇਸ ਲਈ ਇਸ ਭੁਲੇਖੇ 'ਚ ਨਾ ਰਿਹਾ, ਇਹ ਤੁਹਾਡੇ ਬੱਚੇ ਨੇ, ਇਹ ਕਿਸੇ ਦੇ ਨਹੀਂ ਹੈਗੇ। ਰੋਜ਼ ਕੋਈ ਮਾਂ ਰੋ ਰਹੀ ਹੈ, ਮੇਰੇ ਕੋਲ ਬਾਪ ਰੋ ਰਿਹਾ, ਮੈਂ ਹੈਰਾਨ ਹੁੰਦਾ ਵੀ ਕੀ ਹਾਲਤ ਹੋ ਗਈ ਕਿ ਮੇਰਾ ਸਿੱਧਾ ਤੇ ਬਾਹਰ ਤੁਹਾਡਾ ਪੈਂਦਾ ਨਹੀਂ ਹੈਗਾ। ਮੈਂ ਤਾਂ ਆਪਣੇ ਘਰ 'ਚ ਬੈਠਾ, ਅੱਜ ਜਦੋਂ ਆਉਂਦੇ ਨੇ 4 ਵਜੇ ਲੈ ਕੇ, ਫਿਰ ਮੈਨੂੰ ਪਤਾ ਲੱਗਦਾ ਕਿ ਉਹ ਇਹ ਕੀ ਹੋ ਗਿਆ ਹੈ। ਇਹ ਮੁੰਡੇਰ ਜਿਹੜੇ ਕਿਸੇ ਦੇ ਆਖੇ ਨਹੀਂ ਲੱਗਦੀ ਹੈ। ਮੈਨੂੰ ਉਹਦੀ ਖਤਰਾ ਸੀ, ਮੈਂ ਮੁੰਡੇ ਹੀ ਉੱਥੇ ਦਿੱਲੀ ਪਹੁੰਚ ਗਏ ਨੇ, ਇਹ ਨਹੀਂ ਕੰਟਰੋਲ ਰਹਿਣਾ। ਜਿਨ੍ਹਾਂ ਲੜਕਿਆਂ ਨੇ ਆਪਣੇ ਮਾਂ ਪਿਓ ਦੀ ਕਦੇ ਘਰ ਨਹੀਂ ਮੰਨੀ, ਉਹ ਲੀਡਰਾਂ ਦੀ ਕਿੱਥੋਂ ਮੰਨਣਗੇ? ਮੈਂ ਸਵਾਲ ਹੀ ਪੈਦਾ ਮੰਨਣ, ਉਹੀ ਗੱਲ ਹੈ ਜੀ। ਉਹਨਾਂ ਦੇ ਵਿਰੁੱਧ ਮੁਕੱਦਮੇ ਦਰਜ ਹੋ ਗਏ, ਲੀਡਰਾਂ ਦੇ ਦਰਜ ਹੋ ਗਏ ਮੁਕੱਦਮੇ। ਜਿੱਦੇ ਮੀਟਿੰਗ ਕਰਨ ਜਾਣਗੇ ਸਰਕਾਰ ਨੂੰ ਉੱਦਾਂ ਹੀ ਫੜ ਕੇ ਅੰਦਰ ਕਰ ਦੇਣ, ਆ ਜਾਵੇ ਅੜਕੇ ਆ ਗਏ ਹੁਣ ਤੁਸੀਂ, ਉਹ ਮੀਟਿੰਗ 'ਤੇ ਸੱਦਣਗੇ ਇਹਨਾਂ ਨੂੰ, ਆਓ ਜੀ ਗੱਲਬਾਤ ਸਾਡੇ ਨਾਲ ਕਰ ਲਓ, ਵੀ ਉਂਝ ਤਾਂ ਪੜ੍ਹਨੇ ਔਖੇ ਨੇ, ਇਹ ਜੋ ਜਾਣਗੇ 32 ਦੇ ਉਹਨੇ ਫੜ ਕੇ ਅੰਦਰ ਕਰ ਦੇਣੇ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਸਤਿਗੁਰ ਮਿਲਿਆ ਸਾਧ ਭੈ ਰਚੈ, ਆਪ ਵਸੈ ਮਨ ਆਏ। ਫਿਰ ਜੇ ਗੁਰੂ ਮਿਲਦਾ ਹੈ, ਮਨੁੱਖ ਪਰਮਾਤਮਾ ਦੇ ਭੈ 'ਚ ਆ ਜਾਂਦਾ ਹੈ, ਫਿਰ ਪਰਮਾਤਮਾ ਆਪ ਮਨ 'ਚ ਆ ਕੇ ਵਸ ਜਾਂਦਾ ਹੈ। ਭਾਈ ਰੇ ਗੁਰਮੁਖ ਬੂਝੈ ਕੋਇ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ ਰਹਾਉ। ਭਾਈ ਰੇ ਗੁਰਮੁਖ ਬੂਝੈ ਕੋਇ, ਗੁਰੂ ਦੇ ਰਾਹੀਂ ਹੀ ਸੋਝੀ ਆਉਂਦੀ ਹੈ। ਜਿਹੜੀ ਆਪਾਂ ਨੂੰ ਥੋੜ੍ਹੀ ਬਹੁਤੀ ਸੋਝੀ ਆਈ ਨਾ, ਇਹ ਤਾਂ ਬਾਣੀ ਪੜ੍ਹ ਕੇ ਸੁਣ ਕੇ ਆਈ ਹੈ। ਇਹ ਜਿਹੜੀ ਥੋੜ੍ਹੀ ਬਹੁਤੀ ਸੋਝੀ ਆਈ ਨਾ, ਇਹ ਤਾਂ ਸਤਸੰਗ ਕਰਕੇ ਆਈ ਹੈ। ਕਥਾ ਵਾਰਤਾ ਸੁਣੀ, ਬਾਣੀ ਆਪ ਪੜ੍ਹੀ, ਸੰਥਿਆ ਲਈ, ਕਥਾ ਵਾਰਤਾ ਸੁਣੀ, ਫਿਰ ਪਤਾ ਲੱਗਾ। ਇਸ ਲਈ ਗੁਰਮੁਖ ਬੂਝੈ ਕੋਇ, ਕੋਈ ਗੁਰੂ ਦੇ ਰਾਹੀਂ ਕਿਸੇ ਨੂੰ ਕਿਸੇ ਨੂੰ ਸੋਝੀ ਆ ਜਾਂਦੀ ਹੈ। ਬਿਨ ਬੂਝੇ ਕਰਮ ਕਮਾਵਣੇ, ਬਿਨਾਂ ਸੋਝੀ ਤੋਂ ਜਿਹੜੇ ਕਰਮ ਕਰਨੇ ਨੇ, ਜਨਮ ਪਦਾਰਥ ਖੋਏ। ਇਹ ਤਾਂ ਮਨੁੱਖਾ ਜੀਵਨ ਨੂੰ ਗੁਆ ਲੈਣਾ ਹੈ, ਇਹ ਮਨੁੱਖਾ ਜੀਵਨ ਹੈ। ਬਿਨਾਂ ਸੋਝੀ ਦੇ, ਬਿਨਾਂ ਸੋਚੇ ਸਮਝੇ ਕਰਮ ਕਰਨਾ, ਇਹ ਆਪਣੇ ਜੀਵਨ ਨੂੰ ਬਰਬਾਦ ਕਰਨਾ ਹੁੰਦਾ ਹੈ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਬਿਨ ਚਾਖੇ ਭਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨ ਜਾਏ। ਪੀਵਤ ਹੂ ਪ੍ਰਵਾਨ ਭਇਆ, ਪੂਰੇ ਸ਼ਬਦ ਸਮਾਏ। ਕਹ ਜਿਨੀ ਚਾਖਿਆ, ਜਿਹਨਾਂ ਨਾਮ ਰਸ ਚਖਿਆ। ਅੱਜ ਤਾਂ ਸਾਨੂੰ ਨਾ ਰਸ ਨਹੀਂ ਆਉਂਦਾ ਹੈ। ਨਾਮ ਤੇ ਜਪਦੇ ਹਾਂ, ਬਾਣੀ ਤੇ ਪੜ੍ਹਦੇ ਹਾਂ, ਉਹ 'ਚੋਂ ਰਸ ਨਹੀਂ ਆ ਰਿਹਾ। ਇਸ ਲਈ ਸਾਡਾ ਮਨ ਨਹੀਂ ਜੁੜਦਾ, ਬੇਰਸਾ ਹੈ, ਕੋਈ ਆਨੰਦ ਆ ਨਹੀਂ ਰਿਹਾ, ਇਸ ਲਈ ਮਨ ਜੁੜਦਾ ਨਹੀਂ ਹੈ। ਕਿ ਜੇ
ਮਾਂ ਨੇ ਤਾਂ ਭੱਜਿਆ ਫਿਰਦੇ, ਮੈਂ ਜੀ ਤੁਹਾਨੂੰ ਬਾਣੀ 'ਚ ਰਸ ਹੀ ਨਹੀਂ ਆ ਰਿਹਾ। ਕੋਈ ਵੀ ਚੀਜ਼ ਹੈ ਆਪਾਂ ਕੋਈ ਖਾਈਏ, ਬੇਰਸੀ ਹੋਵੇ ਨਹੀਂ ਨਾ ਖਾਣ ਨੂੰ ਜੀ ਕਰਦਾ, ਰਸਦਾਇਕ ਹੋਵੇ ਫਿਰ ਖਾਂਦਾ ਅਗਲਾ, ਨਹੀਂ ਖਾਂਦਾ। ਹੁਣ ਕੀਤਾ ਕੀ ਜਾਵੇ, ਬਾਣੀ ਕੇ ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। 2 ਪ੍ਰਕਾਰ ਦੀਆਂ ਗੋਲੀਆਂ ਹੁੰਦੀਆਂ ਨੇ, ਬੱਚਿਆਂ ਲਈ ਤਾਂ ਸ਼ੂਗਰ ਕੋਟਡ, ਦੂਜੀ ਹੁੰਦੀਆਂ ਨੇ। ਜਿਹੜੇ ਸ਼ੂਗਰ ਕੋਟਡ ਗੋਲੀ ਉਹਨਾਂ ਨੂੰ ਚੂਸੀ ਜਾਓ, ਚੂਸੀ ਜਾਓ, ਉੱਤੋਂ ਮਿੱਠੀਆਂ ਵਿੱਚੋਂ ਕੌੜੀਆਂ। ਇਹ ਨਾਮ ਹੈ ਜਿਹਨੂੰ ਚੂਸੀ ਜਾਓ, ਉੱਤੋਂ ਫਿੱਕਾ, ਚੂਸੀ ਜਾਓ, ਹੌਲੀ ਹੌਲੀ ਹੇਠੋਂ ਮਿੱਠਾ 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 ਮਿੱਠਾ, ਫਿਰ ਇੰਨਾ ਮਿੱਠਾ ਹੁੰਦਾ ਕਿ ਇਹਨੂੰ ਛੱਡਣ ਨੂੰ ਜੀ ਹੀ ਨਹੀਂ ਕਰਦਾ। ਇਹ ਉੱਤੋਂ ਬਕ ਬਕਾ ਹੈ, ਇਹ ਉੱਤੋਂ ਸ਼ੂਗਰ ਕੋਟਡ ਨਹੀਂ ਹੈ। ਜੇ ਸ਼ੂਗਰ ਕੋਟਡ ਹੁੰਦਾ ਨਾ ਅਸੀਂ ਲੱਗੇ ਰਹਿੰਦੇ ਬਾਣੀ ਪੜ੍ਹਨ, ਨਾਮ ਜਪਣ, ਵਿਰਸ ਆ ਰਿਹਾ ਹੈ, ਨਹੀਂ, ਇਹ ਉੱਤੋਂ ਬਕ ਬਕਾ ਹੈ। ਹੌਲੀ ਹੌਲੀ ਫਿਰ ਅੰਦਰ ਜਿਉਂ ਜੋ ਜਾਈਏ 'ਚ ਰਸ ਆਉਣਾ ਸ਼ੁਰੂ ਹੋਏਗਾ। ਕਿਉਂਕਿ ਜੇ ਸਾਨੂੰ ਨਾਮ ਰਸ ਆਏ ਨਹੀਂ, ਇਸ ਲਈ ਸਾਨੂੰ ਪਤਾ ਨਹੀਂ ਵੀ ਨਾਮ ਦੇ ਵਿੱਚ ਰਸ ਵੀ ਹੁੰਦਾ, ਇਸ ਸਾਨੂੰ ਪਤਾ ਹੀ ਨਹੀਂ। ਪਰ ਜਿਨ੍ਹਾਂ ਨੂੰ ਰਸ ਆਇਆ ਉਹਨੇ ਲਿਖਿਆ ਨਾਮ ਰਸ। ਜਿਨੀ ਚਾਖਿਆ ਤਿਨੀ ਸਾਧ ਪਾਇਆ, ਜਿਨ੍ਹਾਂ ਨੇ ਇਸ ਨਾਮ ਰਸ ਨੂੰ ਚਖਿਆ ਉਹਨਾਂ ਨੂੰ ਸਵਾਦ ਦਾ ਪਤਾ ਲੱਗਾ। ਬਿਨ ਚਾਖੇ ਭਰਮ ਭੁਲਾਏ, ਅਤੇ ਬਿਨਾਂ ਇਸ ਨਾਮ ਰਸ ਨੂੰ ਚਖੇ ਮਨੁੱਖ ਭਰਮਾਂ 'ਚ ਹੀ ਪਿਆ ਰਹਿੰਦਾ, ਉਹ ਭਰਮਾਂ 'ਚ ਪੈ ਕੇ ਭੁੱਲਿਆ ਰਹਿੰਦਾ ਹੈ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ। ਪਰਮਾਤਮਾ ਜਿਹੜਾ ਨਾਮ ਹੈ ਨਾ, ਸਾਚਾ ਨਾਮ ਪਰਮਾਤਮਾ, ਇਹ ਅੰਮ੍ਰਿਤ ਹੈ। ਤਾਈ ਗੁਰਬਾਣੀ ਅੰਮ੍ਰਿਤ ਏਕੋ ਨਾਮ ਹੈ, ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ। ਆਹ ਜਿਹੜਾ ਉਂਝ ਆਪਾਂ ਅੰਮ੍ਰਿਤ ਛਕਦੇ ਹਾਂ, ਇਹ ਤਾਂ ਖੰਡੇ ਦੀ ਪੋਹਲ ਹੈ। ਸੌਖਾ ਦਾ ਨਾਮ ਅੰਮ੍ਰਿਤ ਰੱਖ ਦਿੱਤਾ ਵੇ, ਅੰਮ੍ਰਿਤ ਛਕੋ ਜੀ। ਇਹ ਵੀ ਤਾਂ ਹੀ ਅੰਮ੍ਰਿਤ ਬਣਿਆ, ਇਹਦੇ ਵਿੱਚ ਬਾਣੀ ਸੀ। ਜੇ ਗੁਰੂ ਮਹਾਰਾਜ ਇਕੱਲਾ ਖੰਡਾ ਫੇਰੀ ਜਾਂਦੇ ਮਿੱਠਾ ਪਾ ਕੇ, ਉਹਨੇ ਸ਼ਰਬਤ ਬਣਨਾ ਸੀ। ਉਸ ਸ਼ਰਬਤ ਨੂੰ ਅੰਮ੍ਰਿਤ ਬਣਾਇਆ 5 ਬਾਣੀਆਂ ਨੇ। ਇਸ ਲਈ ਨਾਮ ਬਾਣੀ ਹੀ ਅਸਲ ਵਿੱਚ ਅੰਮ੍ਰਿਤ ਹੈ। ਇਸ ਲਈ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਸਵੇਰੇ ਅੰਮ੍ਰਿਤ ਤਿਆਰ ਕਰੇ। ਤੁਸੀਂ ਨਿਤਨੇਮ ਕਰ ਰਹੇ ਹੋ, ਸਾਹਮਣੇ ਜਲ ਰੱਖੋ ਕੌਲੀ ਜਾਂ ਬਾਟੀ 'ਚ, ਜਲ ਵੱਲ ਮੂੰਹ ਕਰਕੇ 5 ਬਾਣੀਆਂ ਦਾ ਪਾਠ ਕਰੋ, ਚਾਹੇ ਬੋਲ ਕੇ ਕਰੋ, ਚਾਹੇ ਮਨ 'ਚ ਕਰੋ। ਉਹ ਵੇਵਜ਼ ਰਾਹੀਂ ਤੁਹਾਡੀ ਬਾਣੀ ਉਸ ਪਾਣੀ 'ਚ ਪ੍ਰਵੇਸ਼ ਕਰਨੀ। ਬਾਣੀ ਨੇ ਫਿਰ ਪਾਣੀ ਦਾ ਸੁਭਾਅ ਬਦਲਣਾ ਹੈ। ਉਹ ਬਦਲੇ ਹੋਏ ਸੁਭਾਅ ਵਾਲੇ ਪਾਣੀ ਨੇ ਫਿਰ ਜਿਹੜਾ ਪੀਊਗਾ ਉਹਦਾ ਸੁਭਾਅ ਬਦਲਣਾ, ਉਹ ਸੁਭਾਅ ਬਦਲਣਾ। ਇਸ ਲਈ ਜਦੋਂ ਵੀ ਨਿਤਨੇਮ ਕਰੋ, ਪਾਣੀ ਸਾਹਮਣੇ ਰੱਖ ਲਓ, ਅਤੇ ਫਿਰ ਕਿਆ ਕਰੋ ਪਾਠ ਨਿਤਨੇਮ ਸੱਚੇ ਪਾਤਸ਼ਾਹ। ਪਰਿਵਾਰ ਵੀ ਇਸ ਪਾਸੇ ਲੱਗੇ, ਅਤੇ ਜੇ ਪਰਿਵਾਰ ਚਾਹ ਪੀਂਦਾ, ਉਸੇ ਪਾਣੀ ਦੀ ਚਾਹ ਬਣਾ ਕੇ ਸਾਰਿਆਂ ਨੂੰ ਪਿਲਾ ਦਿਓ। ਹੌਲੀ 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 1-2 ਸਾਲਾਂ ਬਾਅਦ ਲੱਗ ਜਾਣਗੇ ਭਜਨ ਬੰਦਗੀ ਕਰਨ। ਕਿਉਂ? ਰੋਜ਼ ਅੰਦਰ ਅੰਮ੍ਰਿਤ ਜਾਂਦਾ ਹੈ। ਉਹਨੇ ਹੌਲੀ ਹੌਲੀ ਸਾਡੇ ਵਿਚਾਰਾਂ ਨੂੰ ਆਪਣੇ ਆਪ ਹੀ ਬਦਲਦੇ ਰਹਿਣਾ। ਬੱਚਿਆਂ ਨੂੰ ਦੱਸੋ ਨਾ ਦੱਸੋ, ਉਸ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਬਿਨਾਂ ਦੱਸੇ ਜਿਹੜਾ ਅਪਲਾਈ ਚੱਲ ਅੰਮ੍ਰਿਤ। ਅੰਮ੍ਰਿਤ ਸਾਚਾ ਨਾਮ ਹੈ, ਪਰਮਾਤਮਾ ਦਾ ਨਾਮ ਹੀ ਅੰਮ੍ਰਿਤ ਹੈ। ਕਹਿਣਾ ਕਛੂ ਨਾ ਜਾਓ, ਹੋਰ ਤਾਂ ਕੁਝ ਕਹੇ ਨਹੀਂ ਜਾ ਸਕਦਾ ਵੀ ਹੋਰ ਵੀ ਕੋਈ ਅੰਮ੍ਰਿਤ ਹੈ। ਪੀਵਤ ਹੂ ਪ੍ਰਵਾਨ ਭਇਆ, ਪੂਰਾ ਸ਼ਬਦ ਸਮਾਏ। ਜਿਹੜਾ ਫਿਰ ਨਾਮ ਅੰਮ੍ਰਿਤ ਨੂੰ ਪੀਂਦਾ, ਉਹ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਂਦਾ, ਪ੍ਰਵਾਨ ਹੋ ਜਾਂਦਾ। ਪੂਰਾ ਸ਼ਬਦ ਸਮਾਏ, ਫਿਰ ਗੁਰੂ ਦੇ ਪੂਰੇ ਸ਼ਬਦ ਰਾਹੀਂ ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਅੱਗੇ ਕਹਿੰਦੇ, ਆਪੇ ਦੇ ਤਾਂ ਭਾਈਏ, ਹੋਰ ਕਰਨਾ ਕਿਛੂ ਨਾ ਜਾਏ।
ਦੇਵਨ ਵਾਲੇ ਕੈ ਹੱਥ ਦਾਤ ਹੈ, ਗੁਰੂ ਦੁਆਰੈ ਪਾਏ। ਜੇਹਾ ਕੀ ਤੋਨ ਤੇਹਾ ਹੋਆ, ਜਿਹੇ ਕਰਮ ਕਮਾਏ। ਆਪੇ ਦੇ ਤਾਂ ਪਾਈਐ। ਇਹ ਨਾਮ ਦੀ ਦਾਤ, ਨਾਮ ਰੂਪੀ ਅੰਮ੍ਰਿਤ ਜਿਸ ਨੂੰ ਪਰਮਾਤਮਾ ਆਪ ਦਿੰਦਾ ਹੈ, ਉਹਨੂੰ ਇਹ ਮਿਲਦਾ। ਹੋਰ ਕਰਨਾ ਕਿਛੂ ਨਾ ਜੇ, ਹੋਰ ਤੇ ਕੁਝ ਕੀਤਾ ਹੀ ਨਹੀਂ ਜਾ ਸਕਦਾ, ਕਿਉਂ ਦੇਣਾ ਤੇ ਉਹਨੇ ਹੈ, ਦੇਣਾ ਤੇ ਉਸਨੇ ਹੈ, ਅਤੇ ਉਸ 'ਤੇ ਸਾਡਾ ਜ਼ੋਰ ਨਹੀਂ ਚੱਲਦਾ। ਉਹਦੇ ਅੱਗੇ ਤਾਂ ਸਿਰਫ ਅਸੀਂ ਬੇਨਤੀ ਕਰ ਸਕਦੇ, ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰ। ਜਿਸ ਰੱਬ ਦੇ ਅੱਗੇ ਜ਼ੋਰ ਹੀ ਨਹੀਂ ਚੱਲਦਾ, ਫਿਰ ਹੁਣ ਤਾਂ ਨਮਸਕਾਰ ਕਰਨਾ, ਬੇਨਤੀ ਕਰਨੀ। ਫਿਰ ਰੱਬ ਅੱਗੇ ਜ਼ੋਰ ਨਹੀਂ ਕਿਸੇ ਦਾ ਚੱਲਦਾ, ਫਿਰ ਤਾਂ ਸਾਡੇ ਤੋਂ ਮਾੜਾ ਹੋ ਗਿਆ ਨਾ ਉਹ। ਜੇ ਸਾਡਾ ਜ਼ੋਰ ਰੱਬ 'ਤੇ ਚੱਲੇ, ਫਿਰ ਤਾਂ ਅਸੀਂ ਤਗੜੇ ਅਤੇ ਰੱਬ ਕਮਜ਼ੋਰ। ਉਹ ਫਿਰ ਕਾਹਦਾ ਹੋਇਆ ਰੱਬ। ਉਸ 'ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਬੇਨਤੀ ਵੀ, ਬੇਨਤੀ ਰਾਹੀਂ ਵੀ ਜ਼ੋਰ ਨਹੀਂ ਚੱਲਣਾ। ਉਹਦੀ ਮਰਜ਼ੀ ਹੈ ਸਾਡੀ ਬੇਨਤੀ ਸਵੀਕਾਰ ਕਰੇ ਨਾ ਕਰੇ, ਇਹ ਕੋਈ ਜ਼ਰੂਰੀ ਨਹੀਂ ਤੁਹਾਡੀ ਬੇਨਤੀ ਜ਼ਰੂਰ ਉਹ ਸਵੀਕਾਰ ਕਰੇਗਾ, ਉਹਦੀ ਮਰਜ਼ੀ ਹੈ। ਦੇਵਨ ਵਾਲੇ ਕੈ ਹੱਥ ਦਾਤ ਹੈ, ਇਹ ਨਾਮ ਦੀ ਦਾਤ ਉਸ ਦੇਣ ਵਾਲੇ ਪਰਮਾਤਮਾ ਦੇ ਹੱਥ 'ਚ ਹੈ। ਗੁਰੂ ਦੁਆਰੇ ਪਾਏ, ਅਤੇ ਨਾਮ ਦੀ ਦਾਤ ਤੁਸੀਂ ਜੇ ਹੈ ਤਾਂ ਪਰਮਾਤਮਾ ਕੋਲੇ, ਪਰ ਮਿਲੂਗੀ ਗੁਰੂ ਦੁਆਰਾ, ਥਰੂ ਗੁਰੂ ਦੇ ਰਾਹੀਂ ਮਿਲੇਗੀ। ਇਸ ਲਈ ਗੁਰੂ ਨੂੰ ਬੇਨਤੀ ਕਰਨੀ, ਉਹ ਫਿਰ ਪਰਮਾਤਮਾ ਤੋਂ ਲੈ ਕੇ ਤੁਹਾਨੂੰ ਦਾਤ ਦੇਵੇਗਾ। ਇਸ ਲਈ ਹਰ ਇੱਕ ਸਿੱਖ ਗੁਰੂ ਦੇ ਅੱਗੇ ਖਲੋ ਕੇ ਅਰਦਾਸ ਕਰਦਾ ਹੈ। ਅਸੀਂ ਸਿੱਧੀ ਰੱਬ ਨੂੰ ਕੋਈ ਨਹੀਂ ਅਰਦਾਸ ਕਰਦੇ, ਅਸੀਂ ਗੁਰੂ ਦੇ ਅੱਗੇ ਖਲੋ ਕੇ ਅਰਦਾਸ ਕਰਦੇ, ਗੁਰੂ ਨੂੰ ਕਹਿੰਦੇ ਹਾਂ। ਗੁਰੂ ਮਹਾਰਾਜ ਫਿਰ ਰੱਬ ਰਾਹੀਂ ਉਹ ਤੁਹਾਡੀ ਅਰਦਾਸ ਪੂਰੀ ਕਰਾ ਕੇ ਫਿਰ ਤੁਹਾਨੂੰ ਦਾਤ ਦਿੰਦਾ ਹੈ। ਜੇਹਾ ਕੀਤੋਨ ਤੇਹਾ ਹੋਆ, ਜਿਹੇ ਕਰਮ ਕਮਾਏ। ਜਿਹੋ ਜਿਹਾ ਮਨੁੱਖ ਨੇ ਕੀਤਾ ਉਹੋ ਜਿਹਾ ਹੋ ਜਾਂਦਾ ਹੈ। ਜਿਹੋ ਜਿਹੇ ਕਰਮ ਕਮਾਉਂਦਾ ਕਰਦਾ, ਉਹੋ ਜਿਹਾ ਮਨੁੱਖ ਹੋ ਜਾਂਦਾ। ਚੋਰੀ ਕਰੀ ਜਾਓ, ਲੋਕ ਨੂੰ ਚੋਰ ਕਹਿਣ ਲੱਗ ਜਾਂਦੇ ਨੇ। ਤੁਸੀਂ ਕੱਪੜੇ ਸਿਉਣ ਲੱਗ ਜਾਓ, ਭਾਵੇਂ ਹੈਗੇ ਜੱਟ, ਤੁਸੀਂ ਕੱਪੜੇ ਸਿਉਣ ਤੁਹਾਨੂੰ ਦਰਜੀ ਕਹਿਣ ਲੱਗ ਜਾਣਗੇ। ਤੁਸੀਂ ਲੋਹੇ ਦਾ ਕੰਮ ਕਰਨ ਲੱਗ ਜਾਓ, ਭਾਵੇਂ ਬਾਣੀਏ ਹੋਵੋ, ਤੁਹਾਨੂੰ ਲੋਹਾਰ ਕਹਿਣ ਲੱਗ ਜਾਣਗੇ। ਲੱਗ ਜਾਣ ਕਹਿਣ। ਜਿਹੋ ਜਿਹਾ ਮਨੁੱਖ ਕਰਮ ਕਰਦਾ, ਉਹਦੇ ਅਨੁਸਾਰ ਉਹਦਾ ਨਾਮ ਹੋ ਜਾਂਦਾ, ਉਹੋ ਜਿਹੇ ਉਹਨੂੰ ਫਲ ਮਿਲਦਾ। ਜਤ ਸਤ ਸੰਜਮ ਨਾਮ ਹੈ, ਵਿਨ ਨਾਮੈ ਨਿਰਮਲ ਨਾ ਹੋਏ। ਅਸਲ ਪਰਮਾਤਮਾ ਦਾ ਨਾਮ ਹੀ ਸਿੱਖ ਧਰਮ ਅਨੁਸਾਰ ਜਤ ਹੈ, ਉੱਚਾ ਆਚਰਣ ਹੈ, ਸਤ ਹੈ, ਸੱਤਿਆਵਾਦੀ ਜੀਵਨ ਹੈ, ਸੰਜਮ ਹੈ, ਆਪਣੇ ਆਪ 'ਤੇ ਕੰਟਰੋਲ ਹੈ। ਪੁਰਾਣੇ ਜ਼ਮਾਨੇ 'ਚ ਇਹਨਾਂ ਤਿੰਨਾਂ ਚੀਜ਼ਾਂ ਲਈ ਬਹੁਤ ਸਾਧੂ ਔਖੇ ਹੁੰਦੇ ਸਨ, ਪਰ ਗੁਰੂ ਮਹਾਰਾਜ ਕਹਿੰਦੇ ਤੁਸੀਂ ਨਾਮ ਜਪੀ ਜਾਓ। ਇਹ ਨਾਮ ਹੀ ਜਤ ਹੈ, ਨਾਮ ਹੀ ਸਤ ਹੈ, ਨਾਮ ਹੀ ਸੰਜਮ ਹੈ। ਇਹ ਤਿੰਨੋਂ ਗੁਣ ਤੁਹਾਡੇ ਅੰਦਰ ਨਾਮ ਨਹੀਂ ਪੈਦਾ ਕਰਦੇ ਨੇ। ਹੁਣ ਵਿਨ ਨਾਮ ਹੈ ਨਿਰਮਲ ਨਾ ਹੋਏ, ਨਾਮ ਤੋਂ ਬਿਨਾਂ ਮਨ ਸਾਫ਼ ਨਹੀਂ ਹੁੰਦਾ। ਹੋਰ ਕਿਸੇ ਵੀ ਐਕਸਰਸਾਈਜ਼ ਨਾਲ, ਪ੍ਰਾਣਾਯਾਮ ਨਾਲ, ਹੋਰ ਕਿਸੇ ਢੰਗ ਤਰੀਕੇ ਨਾਲ, ਵਰਤ ਰੱਖਣ ਨਾਲ, ਪੁੱਠੇ ਲਟਕਣ ਨਾਲ, ਠੰਡੇ ਪਾਣੀ ਨਹਾਉਣ ਨਾਲ, ਗਰਮ ਥਾਂ 'ਤੇ ਰਹਿਣ ਨਾਲ ਰੱਬ ਨਹੀਂ ਮਿਲਦਾ, ਮਨ ਨਹੀਂ ਸਾਫ਼ ਹੁੰਦਾ। ਮਨ ਤਾਂ ਸਿਰਫ ਪਰਮਾਤਮਾ ਦਾ ਨਾਮ ਜਪ ਕੇ ਸਾਫ਼ ਹੁੰਦਾ ਹੈ। ਬਿਨ ਨਾਮੈ ਨਿਰਮਲ ਨਾ ਹੋਏ, ਨਾਮ ਤੋਂ ਬਿਨਾਂ ਇਹ ਮਨ ਨਿਰਮਲ ਨਹੀਂ ਹੁੰਦਾ। ਪੂਰੇ ਭਾਗ ਨਾਮ ਮਨ ਵਸੈ, ਇਹ ਵੀ ਜੇ ਚੰਗੇ ਭਾਗ ਹੁਣ ਤਾਂ ਨਾਮ ਮਨ 'ਚ ਵਸਦਾ ਹੈ, ਬਦ ਕਿਸਮਤ ਦੇ ਤਾਂ ਵਸਦਾ ਹੀ ਨਹੀਂ ਹੈਗਾ। ਕਿਉਂ? ਉਹਦੇ ਲਿਖੇ ਹੀ ਨਹੀਂ ਨਾਮ ਭਾਗਾਂ 'ਚ ਵੀ ਤੂੰ ਨਾਮ ਜਪੇਗਾ। ਜੋ ਯਤਨ ਕਰਦਾ ਵੀ ਹੈ ਤਾਂ ਜਪਦਾ ਨਹੀਂ ਹੈ। ਹੁਣ ਮੰਨ ਲਓ ਇੱਕ ਬੱਚਾ ਹੈ, ਪਰਮਾਤਮਾ ਲਿਖਤਾ ਇਹ ਅਨਪੜ੍ਹ ਰਹੇਗਾ, ਤੁਸੀਂ ਜਿਹੜੇ ਮਰਜ਼ੀ ਸਕੂਲ 'ਚ ਉਹਨੂੰ ਪਾ ਲਓ, ਜੋ ਮਰਜ਼ੀ ਕਰ ਲਓ, ਉਹ ਨਹੀਂ ਪੜ੍ਹੇਗਾ। ਕਿਉਂ ਨਹੀਂ ਪੜ੍ਹੇਗਾ? ਜਿਹਦੇ ਭਾਗਾਂ 'ਚ ਪਰਮਾਤਮਾ ਨੇ ਪੜ੍ਹਾਈ ਲਿਖਤੀ ਨਾ, ਚਾਹੇ ਮੰਗਤੇ ਦੇ ਘਰ ਪੈਦਾ ਹੋ ਜਾਏ ਤਾਂ ਵੀ ਪੜ੍ਹ ਜਾਏਗਾ।
ਹੁਣ ਦੇਖੋ, ਪਰਮਾਤਮਾ ਨੇ ਪੜ੍ਹਾਈ ਭਾਗਾਂ 'ਚ ਲਿਖੀ ਹੈ, ਵਿਧ ਵੀ ਤਾਂ ਫਿਰ ਪਰਮਾਤਮਾ ਨੇ ਬਣਾਉਣੀ ਹੈ। ਠੀਕ ਹੈ, ਪਿਛਲੇ ਕਰਮਾਂ ਕਾਰਨ ਮੰਗਤੇ ਦੇ ਘਰ ਪੈਦਾ ਹੋ ਗਿਆ, ਪਰ ਉਹ ਸਾਧਨ ਬਣਾਵੇਗਾ, ਉਹ ਸਾਧਨ ਬਣਾਏਗਾ। ਬਾਪ ਨੂੰ ਪ੍ਰੇਰੇਗਾ, ਇਹਨੂੰ ਸਕੂਲ ਲਾ ਕੇ ਆ। ਟੀਚਰਾਂ ਨੂੰ ਜਦੋਂ ਪਤਾ ਲੱਗੇਗਾ ਕਿ ਵਿਚਾਰਾ ਗਰੀਬ ਹੈ, ਉਹ ਫੀਸਾਂ ਮਾਫ ਕਰ ਦੇਣਗੇ, ਕੋਈ ਕੱਪੜੇ ਦੇ ਦੇਗਾ, ਕੋਈ ਕੁਛ ਕਰ ਦੇਗਾ, ਕੋਈ ਕਰ ਦੇਗਾ। ਬਥੇਰੇ ਅਮੀਰ ਨੇ ਜਿਹਨਾਂ ਨੂੰ ਅਸੀਂ ਕਹਿੰਦੇ ਸੀ ਭਾਈ ਬੱਚਾ ਗਰੀਬ ਹੈ ਅਤੇ ਸਹਾਇਤਾ ਕਰੋ, ਕਦੇ ਕਦੇ ਕਰ ਦਿੰਦੇ ਹਾਂ ਜੀ, ਕਰ ਦਿੰਦੇ। ਹੁਣ ਦੇਖੋ, ਬੱਚਿਆਂ ਕਾਰਨ ਲੋਕ, ਇੰਗਲੈਂਡ ਦਾ ਇੱਕ ਬੰਦਾ ਸੀ, ਘਨੌਰ ਦਾ ਰਹਿਣ ਵਾਲਾ, ਇੰਗਲੈਂਡ ਸੀ ਉਹ, ਮੈਂ ਉਹਨਾਂ ਤੋਂ ਐਡਰੈਸ ਲੈ ਕੇ ਨਾ ਚਿੱਠੀ ਪਾਤੀ ਵੀ ਇਸ ਤਰ੍ਹਾਂ ਸਾਨੂੰ 45 ਪੱਖੇ ਚਾਹੀਦੇ ਨੇ, ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਦਾਤੇ ਨੇ ਤੁਹਾਨੂੰ ਅਮੀਰੀ ਦਿੱਤੀ ਹੈ ਅਤੇ ਤੁਸੀਂ ਜਿਹੜਾ ਹੈ ਬੱਚਿਆਂ ਦੇ ਭਲੇ ਲਈ 45 ਪੱਖਿਆਂ ਲਈ ਦਾਨ ਕਰੋ। ਉਹਦਾ ਜਿਹੜਾ ਉਦੋਂ ਟੈਲੀਫੋਨ ਨਹੀਂ ਸੀ ਹੁੰਦੇ, ਮਾਂ ਪਿਓ ਨੂੰ ਚਿੱਠੀ ਆ ਗਈ ਉਹਨਾਂ ਦੇ ਨੂੰ ਕਿ ਤੁਸੀਂ, ਮੈਂ ਇੰਨੇ ਪੈਸੇ ਤੁਹਾਨੂੰ ਭੇਜ ਰਿਹਾ ਅਤੇ ਤੁਸੀਂ 45 ਪੱਖੇ ਸਕੂਲ 'ਚ ਲਵਾ ਦਿਓ। ਉਹ ਆ ਕੇ ਲਵਾ ਗਏ। ਐਂ ਵਿਧ ਬੰਦਾ ਪਰਮਾਤਮਾ। ਜੇ ਪਰਮਾਤਮਾ ਨੇ ਭਾਗਾਂ 'ਚ ਲਿਖਿਆ, ਸਬੱਬ ਵੀ ਉਸਨੇ ਬਣਾਉਣਾ ਹੈ। ਇਹ ਉਹਦੀ ਡਿਊਟੀ ਹੈ। ਹੁਣ ਲਿਖਿਆ ਤਾਂ ਫਿਰ ਹੋਣਾ, ਉਹ ਲਿਖਿਆ ਤਾਂ ਫਿਰ ਉਸ ਤਰ੍ਹਾਂ ਹੋਣਾ। ਸਬੱਬ ਆਪੇ ਬਣਾਏਗਾ। ਕਾਰਨ ਇਸ ਲਈ ਉਹਨੂੰ ਕਹਿੰਦੇ ਕਾਰਨ ਬਣਾਉਣ ਵਾਲਾ, ਸਬੱਬ ਬਣਾਉਣ ਵਾਲਾ ਉਹ ਹੈ। ਇਸ ਲਈ ਵੱਡੇ ਭਾਗਾਂ ਤੋਂ ਬਿਨਾਂ ਨਾਮ ਮਨ 'ਚ ਵਸਦਾ ਹੀ ਨਹੀਂ ਹੈਗਾ। ਸ਼ਬਦ ਮਿਲਾਵਾ ਹੋਏ ਅਤੇ ਸ਼ਬਦ ਰਾਹੀਂ ਹੀ ਪਰਮਾਤਮਾ ਨਾਲ ਮੇਲ ਹੋਣਾ, ਨਾਮ ਰਾਹੀਂ ਹੀ ਪਰਮਾਤਮਾ ਨਾਲ ਮੇਲ ਹੋਣਾ। ਅਤੇ ਭਾਗਾਂ ਤੋਂ ਬਿਨਾਂ ਨਾਮ ਹਿਰਦੇ 'ਚ ਨਹੀਂ ਵਸਦਾ ਨਹੀਂ। ਕੋਈ ਦਿਨ ਕਰਦਾ ਫਿਰ ਛੱਡ। ਜਿਵੇਂ ਬੱਚੇ ਦੇ ਭਾਗਾਂ 'ਚ ਵਿਦਿਆ ਲਿਖੀ ਨਹੀਂ ਹੈ ਅਮੀਰ ਦਾ ਬੱਚਾ ਨਹੀਂ ਪੜ੍ਹਦਾ। ਇੱਕ ਮਿਨਿਸਟਰ ਸਾਹਿਬ ਮੇਰੇ ਕੋਲ ਆਏ, ਕਹਿੰਦੇ ਮੇਰਾ ਮੁੰਡਾ +2 ਤੋਂ ਅੱਗੇ ਪੜ੍ਹਦਾ ਹੀ ਨਹੀਂ ਜੀ, ਕਹਿੰਦੇ ਮੈਂ ਨਹੀਂ ਪੜ੍ਹਨਾ। ਉਹ ਮੈਂ ਕਿਹਾ ਮੁੜ ਕੇ ਮਿਨਿਸਟਰੀ ਨਹੀਂ ਮਿਲਣੀ ਕਾਕਾ, ਤੂੰ BA ਕਰ ਲੈ, ਮੈਂ ਤੈਨੂੰ ਅਜੇ ਹੈਗਾ ਟਾਈਮ, ਮੈਂ ਤੈਨੂੰ ਨੌਕਰੀ ਕੋਈ ਦਿਲਾ ਜਾਵਾਂਗਾ। ਨਾ ਕਿਤੇ ਪੜ੍ਹਦੇ ਨਹੀਂ ਹੈ ਜੀ, ਕਿਸੇ ਚੀਜ਼ ਦੀ ਕਮੀ ਨਹੀਂ। ਇੱਕ ਤਾਂ ਹੁੰਦਾ ਹਾਂ ਜੀ ਕਿਸੇ ਚੀਜ਼ ਦੀ ਕਮੀ ਹੈ, ਬੱਚਾ ਫੀਸ ਨਹੀਂ ਦੇ ਸਕਦਾ ਜਾਂ ਟਿਊਸ਼ਨ ਨਹੀਂ ਕਰ ਸਕਦਾ, ਨਹੀਂ। ਕਈ ਵਾਰ ਬਸ ਜਿੰਨੀ ਕੁ ਭਾਗਾ ਉਨੀ ਹੁੰਦੀ, ਮੁੜ ਕੇ ਬੰਦਾ ਊਠ ਨਾ ਕੁੱਦਣ ਬੋਰੇ ਕੁੱਦਣ ਨਾਲ ਕੀ ਹੋਵੇਗਾ? ਊਠ ਤਾਂ ਬੈਠਾ ਹੈ, ਬੋਰੇ ਮਾਂ ਪਿਓ ਨੇ, ਬੋਰੇ ਕੁੱਦ ਰਹੇ ਨੇ, ਊਠ ਬੈਠਾ। ਕੁੱਦਣਾ ਤੇ ਊਠ ਨੂੰ ਚਾਹੀਦਾ, ਊਠ ਬੈਠਾ, ਉਹ ਕੁਝ ਨਹੀਂ ਕਰ ਰਿਹਾ। ਬੋਰੇ 'ਤੇ ਕੁੱਦ ਰਹੇ, ਭਾਵ ਮਾਂ ਪਿਓ ਯਤਨ ਕਰ ਰਹੇ ਨੇ, ਉਹ ਚਿੰਤਾਤਰ ਨੇ, ਉਹ ਫਿਕਰਮੰਦ ਨੇ, ਕਿਸੇ ਦਾ ਪੜ੍ਹ ਲੈ ਉਹ ਜਵਾਕ ਪੜ੍ਹਦੇ ਹੀ ਨਹੀਂ ਹੈਗਾ, ਪੜ੍ਹਦੇ ਨਹੀਂ। ਇਹ ਸਾਡੀ ਕਿਸਮਤ ਜਿਹੜੀ ਹੈ ਨਾ, ਇਹੀ ਸਾਡੇ ਤੋਂ ਯਤਨ ਕਰਵਾਉਂਦੀ ਹੈ ਜਾਂ ਨਾ ਕਰਾਉਂਦੀ ਹੈ। ਹੁਣ ਜੇ ਮੈਂ BA ਫਾਈਨਲ ਦੇ ਵਿੱਚ ਸੀ, ਮੈਨੂੰ ਜੋਤਸ਼ੀ ਨੇ ਦੱਸਿਆ 5 ਗੱਲਾਂ ਦੱਸੀਆਂ, ਇੱਥੇ ਇੱਕ ਨਾਲ ਹੀ ਸੰਬੰਧ ਹੈ, ਮੈਂ ਦੱਸਦਾ। ਹੱਥ ਮੇਰੇ ਹੱਥ ਵੇਖਦਾ ਹੁੰਦਾ ਸੀ, ਹੱਥ ਵੇਖ ਕੇ ਕਹਿੰਦਾ ਮਾਸਟਰ ਜੀ, ਉਦੋਂ ਮੈਂ ਪ੍ਰਾਈਵੇਟਲੀ BA ਫਾਈਨਲ ਕਰ ਰਿਹਾ ਸੀ, ਉਂਝ ਟੀਚਰ ਲੱਗਾ ਹੋਇਆ ਸੀ। ਕਹਿੰਦਾ ਤੁਹਾਡੇ ਭਾਗਾਂ 'ਚ ਵਿੱਦਿਆ ਬਹੁਤ ਲਿਖੀ ਹੋਈ ਹੈ, ਜਿੰਨਾ ਮਰਜ਼ੀ ਪੜ੍ਹ ਲਓ, ਕਿਤੇ ਫੇਲ ਹੋਣਾ ਨਹੀਂ ਲਿਖਿਆ। ਇਹ ਨਾਲ ਦੱਸਿਆ ਨੇ, ਇੰਨੀ ਲਾਈਨ ਕਹਿੰਦੇ ਕਲੀਅਰ ਹੈ ਤੁਹਾਡੀ। ਮੈਂ ਹੁਣ ਕਿਉਂਕਿ ਕਿਸਮਤ 'ਚ ਲਿਖਿਆ ਅਤੇ ਕਿਸਮਤ ਮੇਰੇ ਤੋਂ ਮਿਹਨਤ ਕਰਵਾਈ ਗਈ, ਨਹੀਂ ਤਾਂ ਮੈਂ ਕਹਿੰਦਾ ਪਾਸ ਤਾਂ ਹੋਈ ਜਾਣਾ, ਕੀ ਲੋੜ ਹੈ ਪੜ੍ਹਨ ਦੀ। ਇਹ ਵਿਚਾਰ ਵੀ ਤਾਂ ਮਨ 'ਚ ਆ ਸਕਦਾ ਸੀ ਨਾ। ਜਿਵੇਂ ਮਾਂ 7ਵੀਂ ਦੇ ਬੱਚੇ ਨੂੰ ਲੈ ਕੇ ਆਈ ਜੀ, ਇਹ 7ਵੀਂ 'ਚ ਪਾਸ ਹੋ ਜਾਏ, ਮੈਂ ਕਿਹਾ ਜੀ ਪਾਸ ਹੋ ਜਾਏਗਾ, ਉਹ ਤਾਂ ਪੜ੍ਹਦੋਂ ਹਟ ਗਿਆ, ਪੜ੍ਹੇ ਨਾ। ਮਾਂ ਕਹਿੰਦੀ ਪੜ੍ਹ ਜਾਣਾ ਤੂੰ, ਕਹਿੰਦੇ ਬਾਬਾ ਜੀ ਕਹਿੰਦੇ ਪਾਸ ਹੋ ਜਾਏਗਾ, ਪੜ੍ਹਨ ਦੀ ਕਹਿੰਦਾ ਕੀ ਲੋੜ ਹੈ। ਉਹ ਕਹਿੰਦੇ ਮੂਰਖਾ, ਪੜ੍ਹਾਈ ਕਰ, ਸਕੂਲਾਂ ਤੇਰਾ ਨਾਮ ਕੱਢ ਦੇਣ। ਫਿਰ ਹੌਲੀ ਪੜ੍ਹਨ ਲੱਗਾ। ਅਤੇ ਜੇ ਮੈਂ ਐਂ ਕਰਦਾ ਵੀ ਹਾਂ ਪਾਸ ਤਾਂ ਹੋਈ ਜਾਣਾ,
ਆਪਾਂ ਨੂੰ ਕੀ ਲੋੜ ਹੈ ਰਾਤ ਨੂੰ ਜਾਗਣ ਦੀ ਅਤੇ ਅੰਮ੍ਰਿਤ ਉੱਠ ਕੇ ਪੜ੍ਹਾਈਆਂ ਕਰਨ ਦੀ? ਆਪਣਾ ਭੈਰੋ ਮੌਜ ਨਾਲ ਪਾਸ ਹੋਈ ਜਾਣੇ। ਨਹੀਂ, ਕਿਸਮਤ 'ਚ ਪੜ੍ਹਾਈ ਲਿਖੀ ਸੀ, ਇਸ ਲਈ ਕਿਸਮਤ ਮਿਹਨਤ ਕਰਵਾਈ ਗਈ। ਠੀਕ ਹੈ, ਇਹ ਸਾਡੀ ਕਿਸਮਤ ਸਾਡੇ ਤੋਂ ਸਿੱਧੇ ਪੁੱਠੇ ਕੰਮ ਕਰਵਾਉਂਦੀ ਹੈ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ, ਪੂਰੇ ਭਾਗ ਨਾਮ ਮਨ ਵਸੈ, ਸ਼ਬਦ ਮਿਲਾਵਾ ਹੋਏ। ਪੂਰੇ ਭਾਗਾਂ ਨਾਲ ਨਾਮ ਮਨ 'ਚ ਵਸਦਾ ਅਤੇ ਇਸ ਨਾਮ ਦੇ ਰਾਹੀਂ ਹੀ ਪਰਮਾਤਮਾ ਨਾਲ ਫਿਰ ਮੇਲ ਹੁੰਦਾ ਹੈ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਉਹਨੂੰ ਫਿਰ ਜਿਹੜੇ ਹਰੀ ਦੇ ਗੁਣ ਨੇ ਨਾ, ਨਾਮ ਜਪਦੇ ਉਹ ਪ੍ਰਾਪਤ ਹੋ ਜਾਂਦੇ ਨੇ। ਕਿਉਂਕਿ ਜਿਹਦਾ ਅਸੀਂ ਨਾਮ ਜਪ ਰਹੇ ਹਾਂ, ਉਹਦੇ ਵਾਲੇ ਗੁਣ ਔਗਣ ਸਾਡੇ 'ਚ ਆਪਣੇ ਆਪ ਪ੍ਰਵੇਸ਼ ਕਰਦੇ ਜਾਣਗੇ। ਇਸ ਲਈ ਸਿੱਖ ਨੂੰ ਕਿਸੇ ਸੰਤ ਮਹਾਤਮਾ, ਕਿਸੇ ਬੰਦੇ ਦਾ ਨਾਮ ਜਪਣ ਨੂੰ ਨਹੀਂ ਕਿਹਾ। ਵੀ ਮਨੁੱਖ 'ਚ ਹੋ ਸਕਦਾ ਕੋਈ ਗੁੱਝਾ ਨੁਕਸ ਹੋਵੇ, ਤੁਸੀਂ ਉਹਦਾ ਨਾਮ ਜਪੀ ਜਾ ਰਹੇ ਹੋ, ਉਹਦੇ ਬੜੇ ਚੰਗੇ ਗੁਣ ਵੀ ਤੁਹਾਡੇ 'ਚ ਪੈਦਾ, ਜਿਹੜਾ ਉਹਦੇ ਅੰਦਰ ਐਬ ਹੈ ਉਹ ਵੀ ਤੁਹਾਡੇ ਅੰਦਰ ਪੈਦਾ ਹੋ ਜਾਏਗਾ। ਤੁਸੀਂ ਕੀ ਖਿੱਟਿਆ? ਤੁਸੀਂ ਕੀ ਖਿੱਟਿਆ? ਪਰਮਾਤਮਾ 'ਚ ਐਬ ਹੈ ਹੀ ਕੋਈ ਨਹੀਂ, ਕਿਉਂਕਿ ਸਰੀਰ ਹੀ ਨਹੀਂ। ਐਬ ਸਰੀਰ 'ਚ ਹੁੰਦੇ ਨੇ, ਰੂਹ 'ਚ ਐਬ ਨਹੀਂ ਹੁੰਦੇ, ਸਰੀਰ 'ਚ ਐਬ ਹੁੰਦੇ ਨੇ। ਅਤੇ ਪਰਮਾਤਮਾ ਸਰੀਰ ਨਹੀਂ, ਇਹ 'ਚ ਉਹਦੇ 'ਚ ਕੋਈ ਨੁਕਸ ਹੀ ਕੋਈ ਨਹੀਂ, ਉਹ 'ਚ ਗੁਣ ਹੀ ਗੁਣ ਹਨ। ਇਸ ਲਈ ਪਰਮਾਤਮਾ ਦਾ ਨਾਮ ਜਪ ਕੇ ਸਾਡੇ ਅੰਦਰ ਗੁਣ ਪੈਦਾ ਹੁੰਦੇ, ਔਗਣ ਨਹੀਂ ਪੈਦਾ ਹੁੰਦਾ ਕੋਈ, ਸਗੋਂ ਔਗਣ ਦੇ ਬਾਹਰ ਨਿਕਲਦੇ ਰਹਿੰਦੇ ਨੇ। ਇਸ ਲਈ ਗੁਰੂ ਮਹਾਰਾਜ ਨੇ ਬੜੀ ਕਿਰਪਾ ਕੀਤੀ, ਸਿੱਧੇ ਕਿਹਾ ਵਾਹਿਗੁਰੂ। ਮੰਨ ਲਓ ਉਹ ਕੋਈ ਹੋਰ ਸ਼ਬਦ ਦੇ ਦਿੰਦੇ, ਜਿਵੇਂ ਆਪਾਂ ਰਾਮ ਕਰੀਏ ਤਾਂ ਡਾਊਟ ਹੁੰਦਾ ਵੀ ਰਾਮ ਚੰਦਰ ਨੂੰ ਜਪ ਰਿਹਾ ਕਿ ਉਹ ਪਰਮਾਤਮਾ ਨੂੰ ਜਪ ਰਿਹਾ ਹੈ। ਇਹ ਨਾ, ਉਹ ਤਾਂ ਭੁਲੇਖਾ ਪੈ ਸਕਦਾ। ਪਰ ਵਾਹਿਗੁਰੂ ਹੈ, ਕਿਸੇ ਅੱਜ ਤੱਕ ਕਿਸੇ ਅਵਤਾਰ ਦਾ, ਪੀਰ ਪੈਗੰਬਰ ਦਾ ਨਾਂ ਹੀ ਨਹੀਂ ਕੋਈ ਹੈਗਾ। ਇਸ ਲਈ ਪਰਮਾਤਮਾ ਹੈ, ਅਤੇ ਪਰਮਾਤਮਾ 'ਚ ਕੋਈ ਔਗਣ ਨਹੀਂ, ਉਹ 'ਚ ਗੁਣ ਹੀ ਗੁਣ ਹਨ। ਇਸ ਲਈ ਪਰਮਾਤਮਾ ਦਾ ਨਾਮ ਜਪਣਾ ਹੈ ਪੈਣਾ। ਨਾਨਕ ਸਹਿਜੇ ਹੀ ਰੰਗ ਵਰਤਦਾ, ਹਰ ਗੁਣ ਪਾਵੈ ਸੋਏ। ਉਹਨੂੰ ਹਰੀ ਦੇ ਗੁਣਾਂ ਦੀ ਪ੍ਰਾਪਤੀ ਹੋ ਜਾਂਦਾ ਅਤੇ ਸਹਿਜੇ ਹੀ ਉਹ ਪਰਮਾਤਮਾ ਦੇ ਪਿਆਰ 'ਚ ਰਹਿੰਦਾ ਹੈ, ਰੱਬੀ ਪਿਆਰ ਉਹਨੂੰ ਹੋ ਜਾਂਦਾ। ਸ਼੍ਰੀ ਰਾਗ ਮਹਿਲਾ ਤੀਜਾ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਅਧਿਆਤਮ ਕਰਮ ਜੇ ਕਰੇ, ਨਾਮ ਨ ਕਬ ਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ ਆਏ। ਕਾਇਆ, ਜੇ ਬਿੰਦੀ ਲਾ ਕੇ ਬੋਲੋਗੇ ਕਾਇਆ, ਇਹ ਹੈਗਾ ਪੰਜਾਬੀ ਦਾ ਸ਼ਬਦ ਸਰੀਰ। ਜੇ ਬਿਨਾਂ ਬਿੰਦੀ ਤੋਂ ਬੋਲੋਗੇ ਕਾਇਆ, ਇਹ ਹਿੰਦੀ ਦਾ ਸ਼ਬਦ ਅਰਥ ਸਰੀਰ। ਹਿੰਦੀ 'ਚ ਕਾਇਆ ਕਹਿੰਦੇ ਨੇ, ਪੰਜਾਬੀ 'ਚ ਕਾਇਆ ਕਹਿੰਦੇ ਨੇ। ਇੱਥੇ ਤਾਂ ਖੈਰ ਪਹਿਲੇ ਬਿੰਦੀ ਲੱਗੀ ਹੋਈ ਹੈ, ਨਹੀਂ ਤਾਂ ਤੁਹਾਡੀ ਮਰਜ਼ੀ ਹੈ। ਮੰਨ ਲਓ ਬਿੰਦੀ ਨਾ ਲੱਗੀ ਹੁੰਦੀ, ਤੁਸੀਂ ਇਸ ਨੂੰ ਕਾਇਆ ਜਾਂ ਕਾਇਆ ਪੜ੍ਹ ਸਕਦੇ ਹੋ। ਜਿਵੇਂ ਆ ਇਕੱਲਾ ਨੰਨਾ ਹੈ, ਜਦੋਂ ਇਕੱਲਾ ਰੰਨਾ ਹੋਵੇ, ਇਹ ਫਾਰਸੀ ਦਾ ਸ਼ਬਦ ਹੁੰਦਾ ਹੈ ਅਤੇ ਇਹਦਾ ਅਰਥ ਹੈ ਨਾ, ਨੰਨੇ ਨੂੰ ਕੰਨਾ, ਨੰਨੇ ਨੂੰ ਕੰਨਾ। ਜਦੋਂ ਹਿੰਦੀ ਦਾ ਵੀ ਤੈਨੂੰ ਬੋਲਣ ਨ, ਇਹਨੂੰ ਨਾ ਨਹੀਂ ਬੋਲਣਾ, ਅਰਥ ਨਾ ਹੀ ਹੈ, ਅਰਥ ਹੈ ਨਾ ਜਿਹਨੂੰ ਆਪਾਂ ਕਹਿੰਦੇ। ਹਿੰਦੀ 'ਚ ਇਕੱਲਾ ਨੰਨੇ ਦਾ ਬੋਲਣਾ ਨ, ਉਹਨੂੰ ਕੰਨਾ ਨਹੀਂ ਲਾਉਣਾ। ਫਾਰਸੀ ਦਾ ਹੈਗਾ ਇਕੱਲਾ ਨੰਨਾ, ਉਹਨੂੰ ਕੰਨਾ ਲਾ ਕੇ ਬੋਲਣਾ ਨਾ। ਇਸੇ ਤੁਹਾਡੀ ਆਪਣੀ ਮਰਜ਼ੀ ਹੈ, ਨ ਜਾਂ ਨਾ ਬੋਲਣਾ। ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਕਾਇਆ ਸਾਧੈ, ਬੰਦਾ ਆਪਣੇ ਸਰੀਰ ਬੜਾ ਧੋਂਦਾ ਧਾਂਦਾ, ਸਾਫ ਸੁਥਰਾ ਕਰਦਾ ਹੈ। ਉਰਦ ਤਪ ਕਰੇ, ਪੁੱਠਾ ਹੋ ਕੇ ਤਪ ਕਰਦਾ ਹੈ। ਕਈ ਲੋਕ ਪੁਰਾਣੇ ਜ਼ਮਾਨੇ ਪੁੱਠਿਆਂ ਲਟਕ ਕੇ ਤਪੱਸਿਆ ਕਰਦੇ ਹੁੰਦੇ ਸਨ। ਮੈਂ ਸੋਚਦਾ ਉਦੋਂ ਭਜਨ ਬੰਦਗੀ ਕਿੰਨੀ ਔਖੀ ਸੀ, ਅਤੇ ਇਸ ਲਈ ਸੰਸਾਰੀ ਬੰਦਗਾ ਦਫਾ ਕਰੋ, ਇੰਨਾ ਔਖੇ ਹੋ ਗਏ। ਰੱਬ ਪਤਾ ਨਹੀਂ ਮਿਲਣਾ ਕਿ ਮਿਲਣਾ,
ਐਵੇਂ ਹੀ ਔਖੇ ਜਿਹੇ ਹੋਈ ਜਾਓ। ਕੋਈ ਪੁੱਠਾ ਲਟਕ ਰਿਹਾ, ਕੋਈ ਇੱਕ ਲੱਤ 'ਤੇ ਹੀ ਖੜ੍ਹਾ, ਕੋਈ ਭੁੱਖਾ ਖੜ੍ਹਾ, ਕੋਈ 100 ਘੜਾ ਠੰਡੇ ਪਾਣੀ ਦਾ ਸਿਰ 'ਚ ਪਾ ਰਿਹਾ ਹੈ, ਕੋਈ ਕੁਛ ਕੋਈ ਕੁਛ। ਤਾਂ ਗੁਰੂ ਮਹਾਰਾਜ ਭਗਤ ਆਏ, ਇਹਨਾਂ ਨੇ ਸੌਖਾ ਕਰਤਾ ਕੰਮ। ਹੁਣ ਭਜਨ ਬੰਦਗੀ ਕਰਨੀ ਕੋਈ ਔਖੀ ਨਹੀਂ। ਹੁਣ ਤਾਂ ਕੋਈ ਔਖੀ ਨਹੀਂ। ਗੁਰੂ ਅੱਗੇ ਸਹਿ ਸਭਾ ਆਪਣਾ ਪਰਿਵਾਰ ਵੀ ਪਾਲੇ ਜਾਓ ਅਤੇ ਭਜਨ ਬੰਦਗੀ ਵੀ ਕਰੀ ਜਾਓ। ਕਾਇਆ ਸਾਧੈ ਉਰਧ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਕਹਿੰਦਾ ਸਰੀਰ ਨੂੰ ਬੜਾ ਸੋਧਦਾ ਹੈ, ਪੁੱਠਾ ਹੋ ਕੇ ਤਪੱਸਿਆ ਕਰਦਾ, ਪਰ ਅੰਦਰੋਂ ਹਉਮੈ ਨਹੀਂ ਖਤਮ ਹੁੰਦੀ। ਅੰਦਰੋਂ ਹਉਮੈ ਨਹੀਂ ਖਤਮ ਹੁੰਦੀ। ਕਈ ਵਾਰੀ ਆਪਾਂ ਸ਼ੁਭ ਕਰਮ ਵੀ ਕਰੀ ਤਾਂ ਵੀ ਅੰਦਰ ਹਉਮੈ ਪੈਦਾ ਹੋ ਜਾਂਦੀ ਹੈ। ਤਮਾਸ਼ਾ ਕੀ ਵੇਖਣ ਨਾਲ ਹੁੰਦਾ? ਇੱਕ ਬੀਬੀ ਰੋਜ਼ ਭਾਂਡਿਆਂ ਦੀ ਸੇਵਾ ਕਰ ਰਹੀ, ਸਪੋਜ਼ ਕਰੋ 5 ਸਾਲਾਂ ਤੋਂ ਦੂਖ ਨਿਵਾਰਨ ਸਾਹਿਬ। ਮੈਨੇਜਰ ਸਾਹਿਬ ਆਏ ਵੀ ਬੀਬੀ ਜੀ ਇਹ ਸੇਵਾ ਛੱਡ ਦਿਓ, ਝਾੜੂ ਫੇਰੋ। ਅਗਲੇ ਦਿਨ ਗੁਰਦੁਆਰੇ ਨਹੀਂ ਜਾਏਗੀ। ਮੇਰੇ ਤੋਂ ਸੇਵਾ ਖੋਹ ਲਈ। ਤੇਰੇ ਤੋਂ ਸੇਵਾ ਖੋਹੀ ਨਹੀਂ, ਤੇਰੀ ਸੇਵਾ ਬਦਲੀ ਹੈ। ਅੰਦਰ ਹਉਮੈ ਹੋ ਗਈ ਸੇਵਾ ਕਰ ਕਰਕੇ। ਵੀ ਜਦੋਂ ਤੂੰ ਸੇਵਾ ਕਰਨ ਗਈ ਹੈ, ਠੀਕ ਉਹਨੇ ਕਿਹਾ ਭਾਈ ਇਹ ਨਾ ਕਰੋ, ਝਾੜੂ ਫੇਰੋ। ਚੰਗਾ ਜੀ ਝਾੜੂ ਫੇਰਨ ਲੱਗ ਜਾਣਾ ਨਾ, ਹਉਮੈ ਹੁੰਦੀ। ਕੋਈ ਬੰਦਾ ਮੈਂ ਦੇਖਿਆ ਕਿਤੇ ਵੀ ਕਈ ਸਾਲ ਇੱਕੋ ਪ੍ਰਕਾਰ ਦਾ ਕੰਮ ਕਰਦਾ ਰਿਹਾ ਹੋਵੇ, ਜਦੋਂ ਉਹਦੀ ਸੇਵਾ ਬਦਲੋ ਉਹ ਗੁਰਦੁਆਰੇ ਨਹੀਂ ਆਉਂਦਾ। 5-6 ਦਾ ਤਾਂ ਮੈਂ ਆਪ ਤਜਰਬਾ ਕਰਕੇ ਵੇਖ ਲਿਆ, ਮੈਂ ਦੇਖੀ ਤਮਾਸ਼ਾ। ਇੰਨੇ ਹੀ ਕਿਹਾ ਜੀ ਤੁਸੀਂ ਇਹ ਛੱਡ ਦਿਓ, ਕੱਲ੍ਹ ਤੋਂ ਆਹ ਕਰਿਆ ਕਰੋ। ਕੱਲ੍ਹ ਤੋਂ ਆਏ ਹੀ ਨਹੀਂ। ਇਹ ਫਿਰ ਕੋਈ ਦਿਨ ਇੱਕ ਨੂੰ ਮੈਂ ਕਿਹਾ ਵੀ ਤੁਸੀਂ ਜਿਹੜਾ ਨਾ ਜੀ ਇਹ ਕੰਮ ਛੱਡ ਦਿਓ, ਆਹ ਕਰਿਆ ਕਰੋ, ਉਹ ਵੀ ਨਹੀਂ ਆਇਆ। 5 'ਤੇ ਮੈਂ ਤਜਰਬਾ ਕੀਤਾ, 5 ਮੁੜ ਕੇ ਮੱਥਾ ਟੇਕਣ ਵੀ ਨਹੀਂ ਆਏ ਵੀ ਹਾਂ ਸਾਡੀ ਸੇਵਾ ਖੋਹ ਲਈ। ਹਾਲਾਂਕਿ ਖੋਹੀ ਨਹੀਂ, ਬਦਲੀ ਹੈ। ਉਹ ਸੇਵਾ ਕਰਕੇ ਹਉਮੈ ਪੈਦਾ ਹੋ ਗਈ। ਬਸ ਆਹ ਸਿਆਪਾ। ਬਸ ਕਈ ਵਾਰੀ ਸ਼ੁਭ ਕਰਮ ਕਰਕੇ ਵੀ ਬੰਦੇ 'ਚ ਹਉਮੈ ਪੈਦਾ ਹੋ ਜਾਂਦੀ ਹੈ। ਹਉਮੈ ਹੀ ਨਾ ਖਤਮ ਹੋਈ ਤਾਂ ਫਿਰ ਜਿੰਨੇ ਮਰਜ਼ੀ ਸ਼ੁਭ ਕਰਮ ਕਰੀ ਜੋ, ਗੱਲ ਤਾਂ ਉੱਥੇ ਰਹੇਗੀ। ਗੱਲ ਦੇ ਹਉਮੈ ਖਤਮ ਕਰਨੀ। ਜਦੋਂ ਕਿਸੇ ਨੇ ਇੱਕ ਬੋਲੇ ਅਤੇ ਮਨ ਨੂੰ ਸੱਟ ਨਾ ਵੱਜੀ, ਸਮਝੋ ਅੱਜ ਅੰਦਰੋਂ ਹਉਮੈ ਖਤਮ ਹੋ ਗਈ ਹੈ। ਅਤੇ ਭਾਵੇਂ ਤੁਸੀਂ ਬੋਲੋ ਨਾ ਅਤੇ ਮਨ 'ਚ ਸੜਦੇ ਰਹੋ, ਇਹਨੇ ਇਹ ਕੌਣ ਹੈ ਮੈਨੂੰ ਐਂ ਕਹਿਣ ਵਾਲਾ, ਇਹਦੇ ਅੰਦਰ ਹਉਮੈ ਨੂੰ ਸੱਟ ਵੱਜੀ ਹੈ। ਇਸ ਲਈ ਹਉਮੈ ਤਾਂ ਲੱਖ ਬੰਦਿਆਂ ਮਗਰ ਕਿਸੇ ਇੱਕ ਦੀ ਖਤਮ ਹੁੰਦੀ ਨਹੀਂ। ਜਿਹਦੇ ਹਉਮੈ ਖਤਮ ਉਹਦੇ ਸੰਤ ਹੋ ਗਏ, ਹੋਰ ਕਿਆ ਹੈ। ਉਹਦੇ ਬ੍ਰਹਮ ਗਿਆਨੀ ਹੋ ਗਿਆ ਬੰਦਾ, ਉਹਦੇ ਹੀ ਬ੍ਰਹਮ ਗਿਆਨੀ ਹੋ ਗਿਆ। ਇਹੀ ਸਭ ਤੋਂ ਔਖੀ ਹੈ, ਕਿਉਂਕਿ ਹਉਮੈ ਦੇ ਅੱਗੇ 5 ਪੁੱਤਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਨਾਂ ਦੀ ਮਾਂ ਹਉਮੈ ਹੈ। ਇਹ 5 ਮਰਨਗੇ ਤਾਂ ਮਾਂ ਮਰੂ, ਜਾਂ ਮਾਂ ਮਰ ਜੇ ਆਪਣੇ 5 ਮਰ ਜਾਣਗੇ। ਇਹਨਾਂ ਦੇ ਹੋਂਦ ਇਹ ਇੱਕ ਦੂਜੇ ਨਾਲ ਹੈ। ਜੇ ਮਾਂ ਹੀ ਮਰ ਗਈ, ਇਹ 5 ਆਪਣੇ ਆਪ ਹੀ ਅੰਦਰੋਂ ਮਰ ਜਾਂਦੇ ਨੇ, ਇਹਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਇਹ ਮਾਂ ਮਾਰਨੀ ਹੋ ਗਈ ਹੈ। ਮਾਏ ਮੁੰਡੋ ਤੇ ਗੁਰੂ ਕੀ ਜਾ ਤੇ ਭਰਮ ਨਾ ਜਾਏ। ਕਹਿੰਦਾ ਉਸ ਗੁਰੂ ਦੀ ਮਾਂ ਦਾ ਸਿਰ ਮੁੰਨ ਦਿਓ, ਜਿਸ ਗੁਰੂ ਨੂੰ ਧਾਰਨ ਕਰਕੇ ਤੁਹਾਡੇ ਅੰਦਰ ਭਰਮ ਹੀ ਨਹੀਂ ਖਤਮ ਹੋਇਆ। ਦੇਖੋ ਗਾਲ ਮਾਂ ਨੂੰ ਕੱਢੀ, ਕਹਿੰਦਾ ਇਸ ਮਾਂ ਦਾ ਸਿਰ ਮੁੰਨ ਦਿਓ। ਜਿਹਦਾ ਪੁੱਤਰ ਗੁਰੂ ਬਣਿਆ ਬੈਠਾ ਅਤੇ ਤੁਹਾਡੇ ਅੰਦਰ ਭਰਮ ਨਹੀਂ ਖਤਮ ਹੋ ਰਿਹਾ। ਇਹ ਅਸੀਂ ਬੀਬੀਆਂ ਸਾਵਧਾਨ ਰਹੋ ਭਾਈ। ਆਪਣਾ ਵੇਲੇ ਸਿਰ ਆਪਣੇ ਜਵਾਕਾਂ ਲਾ ਲਓ। ਜੇ ਬਹੁਤਾ ਨਹੀਂ ਕਰਦੇ, ਇਹਨੇ ਕਿਹਾ ਮੂਲ ਮੰਤਰ ਯਾਦ ਕਰੋ। ਮੂਲ ਮੰਤਰ ਪਾਠ 5-5 ਮਿੰਟ ਕਰਿਆ ਕਰੋ ਰੋਜ਼। ਹੌਲੀ ਹੌਲੀ 2-4 ਸਾਲ ਅੱਧੇ ਘੰਟੇ ਤੱਕ ਲੈ ਆਓ। ਵੀ ਤੂੰ ਜਲ ਰੱਖ ਕੇ ਅੱਧਾ ਘੰਟਾ ਪਾਠ ਕਰਿਆ ਕਰ, ਫਿਰ ਸਕੂਲੇ ਜਾਇਆ ਕਰ, ਅਤੇ ਮੈਂ ਦਾਅਵੇ ਨਾ ਕਰਨਾ ਪਾਸ ਹੋ ਜਾਏਗਾ। ਨਾਮ ਜਪਣ ਵਾਲਾ ਬੱਚਾ ਨਹੀਂ ਫੇਲ ਹੋਇਆ ਕਰਦਾ। ਨਾਮ ਜਪਣ ਵਾਲਾ ਬੱਚਾ ਫੇਲ ਨਹੀਂ ਹੋਇਆ ਕਰਦਾ, ਇਹ ਖਿਆਲ ਰੱਖਣਾ। ਕਿਤੇ ਕੀ ਹੈ ਤੂੰ ਬਾਟੀ ਜੀ ਲੈ ਕੇ ਰਾਮ ਰਾਮ ਕਰਦੀ ਰਹਿੰਦੀ ਹੈ, ਪੜ੍ਹਾਈ ਕਰ ਤੂੰ ਫਲਾਣਾ ਕਰ। ਪੜ੍ਹਾਈ ਲਈ ਵੀ ਬੜਾ ਟਾਈਮ ਹੈ, ਉਹ ਤਾਂ ਅੱਧੇ ਘੰਟੇ ਲਈ ਕਰਨਾ ਨਾਮ ਜਪਣਾ, ਬਾਕੀ 23.5 ਘੰਟੇ ਪੜ੍ਹਨ ਲਈ ਜੇ ਪੜ੍ਹਨੀ ਹੋਵੇ ਤਾਂ। ਜੋ ਮੈਨੂੰ ਯਾਦ ਹੈ, ਪਿਤਾ ਜੀ ਇੱਕ ਵੱਟ 3 ਫੁੱਟ ਚੌੜੀ ਬਣਾ ਰਹੇ ਨੇ। ਮੈਂ ਬਾਪੂ ਜੀ
ਐਡੀ ਚੌੜੀ ਵੱਟ ਕਿਉਂ ਬਣਾ ਰਹੇ ਹੋ? ਲੋਕ ਤਾਂ ਸਾਡੀ ਵੱਟ ਵੜਦੇ ਰਹਿੰਦੇ ਨੇ ਥੋੜ੍ਹੇ 1-1 ਇੰਚ 2-2 ਇੰਚ ਹਰ ਸਾਲ। ਕਹਿੰਦੇ ਪੁੱਤ ਪਾਕਿਸਤਾਨ 'ਚ ਨਾ, ਇੰਡੀਆ 'ਚ ਜਿਹੜੇ ਪਾਕਿਸਤਾਨੀ ਲੋਕ ਆਏ ਨੇ, ਉਹ ਸਵੇਰੇ ਜਿਹੜੀ ਰੋਟੀ ਬੀਬੀਆਂ ਲੈ ਕੇ ਖੇਤਾਂ ਨੂੰ ਭੱਤਾ ਕਹਿੰਦੇ ਨੇ, ਜਿਹਨੂੰ ਆਪਾਂ ਬ੍ਰੇਕਫਾਸਟ ਕਹਿੰਦੇ। ਕਹਿੰਦੇ ਕਾਕਾ ਵੀ ਬੀਬੀਆਂ ਨੇ ਘੁੰਡ ਕੱਢਿਆ ਹੁੰਦਾ, ਉਹ ਸਵੇਰੇ ਭੱਤਾ ਲੈ ਕੇ ਜਾਂਦੀਆਂ ਨੇ। ਜੇ ਵੱਟ ਸੌੜੀ ਹੋਈ, ਉਹ ਡਿੱਗ ਪਈਆਂ ਮੰਨ ਲਓ, ਉੱਤੋਂ ਨਾਲੇ ਦਾ ਭਾਂਡਾ, ਲੱਸੀ ਵੀ ਡੁੱਲ ਜਾਏਗੀ, ਮੱਖਣ ਵੀ ਡੁੱਲ ਜਾਏਗਾ, ਰੋਟੀਆਂ ਵੀ ਡਿੱਗ ਪੈਣਗੀਆਂ, ਨਾਲੇ ਆਪਣੀ ਬੇਇੱਜ਼ਤੀ ਮਹਿਸੂਸ ਕਰੇਗੀ, ਸ਼ਰਮਿੰਦੀ ਹੋ ਜਾਏਗੀ। ਕਹਿੰਦੇ ਪੁੱਤਰ ਜੇ ਰੱਬ ਨੇ ਦਾਣੇ ਦੇਣੇ ਨਾ, ਬਾਕੀ 36 ਕਿੱਲੇ ਹੈਗੇ ਉਹਨਾਂ 'ਚੋਂ ਦੇ ਦੇਗਾ, ਜ਼ਰੂਰੀ ਵੱਟ 'ਚ ਦੇਣੇ ਨੇ। ਮੈਂ ਕਿਹਾ ਬਾਪੂ ਦੀ ਸੋਚ ਤਾਂ ਬੜੀ ਤਗੜੀ ਹੈ। ਕਹਿੰਦੇ ਪੁੱਤ ਜੇ ਰੱਬ ਨੇ ਦਾਣੇ ਦੇਣੇ ਨੇ, ਪਰ 36 ਕਿੱਲੇ ਨੂੰ ਉਹਨਾਂ 'ਚੋਂ ਦੇ ਦੂਗਾ, ਜ਼ਰੂਰੀ ਵੱਟ 'ਚੋਂ ਹੀ ਦੇਣੇ ਨੇ। ਇਹ ਵੱਟ ਜਿਹੜੀ ਹੈ ਅੱਗੇ ਖੇਤਾਂ ਨੂੰ ਜਾਂਦੀ ਹੈ ਅਤੇ ਆਮ ਲੋਕ ਇਸ ਰਾਹੀਂ ਲੰਘਦੇ ਨੇ। ਇਹ ਚੌੜੀ ਹੀ ਚਾਹੀਦੀ ਹੈ। ਇੱਕ ਦੀ ਸੋਚ ਇਹ ਹੈ, ਅਤੇ ਦੂਜਾ ਜਿਹੜਾ ਹਰ ਸਾਲ ਸਾਡੇ 1 ਇੰਚ ਵੱਟ ਵੱਢ ਕੇ ਆਪਣੇ ਪਾਸੇ ਰਲਾ ਲੈਂਦਾ, ਮੇਰਾ ਖੇਤ ਵੱਡਾ ਹੋ ਜਾਵੇ। ਉਹ ਭਲਿਆ ਮਾਨਸਾ, ਜੱਟਾਂ ਦਾ ਕਰਜ਼ਾ ਕਦੇ ਉਤਰੇ ਨਹੀਂ, ਤੂੰ ਜਿੰਨੀ ਮਰਜ਼ੀ ਵੱਟਾਂ ਵੱਢੀ ਜਾ ਕਿਸੇ ਦੀ। ਜਿਹੜੇ ਜੱਟ ਨੇ ਇੱਕ ਵਾਰੀ ਕਰਜ਼ਾ ਲੈ ਲਿਆ, ਉਹ ਮਰ ਜਾਏਗਾ ਕਰਜ਼ਾ। ਮੈਂ ਤਾਂ ਕਿਸੇ ਜੱਟ ਦਾ ਉਤਰਦਾ ਵੇਖਿਆ ਨਹੀਂ ਹੈਗਾ। ਵੱਟਾਂ ਵੱਢੀ ਜੋ ਚਾਹੇ ਨਾ ਵੱਢੀ ਜੋ ਮਰਜ਼ੀ ਪੈ ਕਰੋ। ਹਾਂਜੀ, ਉਹ ਤਾਂ ਦਾਤੇ ਨੇ ਦੇਣਾ ਜੋ ਦੇਣਾ ਹੈ। ਉਹਦੀ ਭਜਨ ਬੰਦਗੀ ਕਰਨੀ ਨੇ, ਸ਼ਰਾਬਾਂ ਪੀਣੀਆਂ, ਬੱਕਰੇ ਬੁਲਾਉਣੇ ਨੇ, ਲੜਾਈਆਂ ਕਰਨੀਆਂ ਨੇ। ਹਾਂ, ਕੁਝ ਪੁਲਿਸ ਵਾਲਿਆਂ ਨੂੰ ਦੇ ਦਿਓ, ਬਾਕੀ ਵਕੀਲਾਂ ਨੂੰ ਦੇ ਦਿਓ, ਬਾਕੀ ਜੇਲ੍ਹ 'ਚ ਧੱਕੇ ਖਾਈ ਜਾਓ। ਬਸ ਆਹ ਹੈ। ਮੈਂ ਤਾਂ 78 ਸਾਲਾਂ 'ਚ ਆਹੀ ਕੁਛ ਵੇਖਿਆ ਸੀ। ਸੋ ਗੁਰੂ ਮਹਾਰਾਜ ਭਲੀ ਕਰਨ। ਹਾਂ, ਕਾਇਆ ਸਾਧੈ ਉਰਦ ਤਪ ਕਰੈ, ਵਿੱਚੋਂ ਹਉਮੈ ਨਾ ਜਾਏ। ਇਹ ਕਹਿੰਦਾ ਸਰੀਰ ਨੂੰ ਬੜਾ ਸਾਫ਼ ਕਰਦਾ ਹੈ, ਪੁੱਠੇ ਤਪ ਕਰਦਾ, ਪਰ ਅੰਦਰੋਂ ਹਉਮੈ ਖਤਮ ਨਹੀਂ ਹੁੰਦੀ। ਅਧਿਆਤਮਿਕ ਕਰਮ ਜੇ ਕਰੇ, ਇਹੋ ਜਿਹਾ ਬੰਦਾ ਜੇ ਧਾਰਮਿਕ ਕੰਮ ਕਰਦਾ ਵੀ ਹੈ ਨਾ, ਨਾਮ ਨਾ ਕਬਹੀ ਪਾਏ, ਇਹਨੂੰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਨਾਮ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਅੰਦਰ ਹਉਮੈ ਉਹ ਜਾਂਦੀ ਨਹੀਂ ਹੈਗੀ, ਉਹ ਨਹੀਂ ਜਾਂਦੀ ਨਹੀਂ। ਗੁਰ ਕੈ ਸ਼ਬਦ ਜੀਵਤ ਮਰੈ, ਹਰ ਨਾਮ ਵਸੈ ਮਨ। ਹਾਂ, ਜਿਹੜੇ ਗੁਰੂ ਦੇ ਸ਼ਬਦ ਨੇ ਜਿਉਂਦੇ ਹੀ ਮਰ ਜਾਏ, ਭਾਵ ਆਪਣੇ ਅੰਦਰੋਂ ਹਉਮੈ ਤਿਆਗ ਦੇਵੇ, ਫਿਰ ਪਰਮਾਤਮਾ ਦਾ ਨਾਮ ਇਹਦੇ ਮਨ 'ਚ ਆ ਕੇ ਵਸ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।